देश दुनिया च वसदे पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, खै पीआं जदों वड्डियां संस्थावां, मतलब साफ है, मित्रां च खड़क पई बच के लंगी सरदारा। RSS और श्रोमणी गुरुद्वारा प्रबंधक कमेटी एक दूजे दे आमने सामने ने, बिल्कुल ते दूजे बन्ने केंद्र दा टकरा, मतलब केंद्र दी किसानी नाल खिज मुक्की नहीं है। ना 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 बिल्कुल नहीं मुक्की। दो वखरे वखरे पत्तर ने, एक पीयूष गोयल ने कहा बिल्कुल कि अदायगी सिद्धी होनी आ, ਅਸੀਂ ਅਸਮਰਥ ਹੋਵਾਂਗੇ नहीं तो खरीदणों। बिल्कुल ਤੇ ਦੂਜੇ ਬੰਨੇ ਇੱਕ ਹੋਰ ਪੱਤਰ ਜਿਹੜਾ ਗੁਪਤ ਹੈ, ਉਹਨੇ ਵੀ ਚਰਚਾ ਛੇੜੀ ਹੈ, ਕਿਸਾਨੀ ਘੇਰੀ ਜਾ ਰਹੀ ਹੈ। बिल्कुल बिल्कुल। और तीसरा यह है कि कप्तान साहब ने नहरां ते दरियावां नूं ਲੈ ਲਿਆ ਜੇ ਸ਼ਿਕੰਜੇ 'ਚ। ਤੁਹਾਡਾ ਮਤਲਬ ਹੈ ਕਿ ਜਿਹੜੇ ਇੱਕ ਵਧੀਆ ਪੁਲਿਸ ਅਫਸਰ ADGP ਜੀ RN ਢੋਕੇ ਸਾਹਿਬ ਜੀ, ਉਹਨਾਂ ਦੀ ਜ਼ਿੰਮੇਵਾਰੀ ਲਾਤੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਇਲੀਗਲ ਮਾਈਨਿੰਗ, ਲੇਕਿਨ ਉਹਨਾਂ ਨੂੰ ਕੰਮ ਕਰਨ ਦੀ ਕਿੰਨੀ ਕੁ ਆਜ਼ਾਦੀ ਦੇਣੀ ਆ, ਇਹਦੇ ਤੇ ਵੀ ਗੱਲ ਕਰ। ਹਾਂ, ਇਹ ਗੱਲ ਵਿਚਾਰਨ ਵਾਲੀ। ਲੇਕਿਨ ਸਰਦਾਰ ਸਾਹਿਬ, ਇਹ ਸਭ ਤੋਂ ਵੱਡਾ ਪਹਿਲੂ ਆ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਬਜਟ ਇਜਲਾਸ ਦੇ ਵਿੱਚ ਇੱਕ ਰੈਜੂਲੇਸ਼ਨ ਲਿਆਉਂਦੀ ਜੀ, ਇੱਕ ਦਿਨ ਦੇ ਗੈਪ ਤੋਂ ਬਾਅਦ ਇਹਦੇ ਤੇ ਬੜਾ ਸ਼ੋਰ ਮੱਚਦਾ ਹੈ। ਜੀ ਮੈਂ ਤੁਹਾਡੇ ਤੋਂ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਇਹ ਕਿਹਾ ਕਿ RSS ਸਾਡੇ ਇੱਧਰ ਦਖਲ ਨਾ ਦੇਵੇ, ਜੀ, ਲੇਕਿਨ ਇਹ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ 2004 ਦੇ ਵਿੱਚ ਇੱਕ ਹੁਕਮਨਾਮਾ ਜਾਰੀ ਕਰਕੇ ਵੀ ਕੀਤੀ ਗਈ ਸੀ। ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ। ਬਿਲਕੁਲ। ਫਿਰ ਰਿਪੀਟਡਲੀ ਇਹਦੇ ਉੱਤੇ ਬਹਿਸ ਹੋ ਰਹੀ ਆ। ਮੈਨੂੰ ਜਰਾ ਇਹਦੀ ਪਿੱਠ ਭੂਮੀ 'ਚ ਪਈਆਂ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕਰਿਓ। ਦੇਖੋ, ਪਹਿਲੀ ਗੱਲ ਤੇ ਹੈ ਕਿ ਸ਼੍ਰੋਮਣੀ ਕਮੇਟੀ ਇੱਕ ਵੱਖਰਾ ਅਦਾਰਾ ਆ ਜਿਹੜਾ ਸਿਰਫ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਾਣਿਆ ਜਾਂਦਾ ਜੀ। ਉਹਦੀ ਆਪਣੀ ਇੱਕ ਚਾਰ ਦੀਵਾਰੀ ਆ ਜਿਹਦੇ ਦਾਇਰੇ 'ਚ ਉਹਨੂੰ ਕਾਨੂੰਨ ਦੇ ਅਨੁਸਾਰ ਹੀ ਰਹਿਣਾ ਪੈਂਦਾ ਜੀ। ਉਹ ਰਹਿ ਵੀ ਰਿਹਾ। ਨੰਬਰ 2 ਦੇ ਉੱਤੇ ਆ ਕਿ RSS ਜਿਹੜੀ ਹੈ ਇਹ ਭਾਜਪਾ ਦੀ ਜਿਹੜੀ ਭਾਜਪਾ ਜਿਹੜੇ RSS ਦਾ ਰਣਨੀਤਿਕ ਵਿੰਗ ਆ, ਪੋਲੀਟੀਕਲ ਵਿੰਗ ਆ, ਇਹ ਤੋਂ ਘੱਟ ਨਹੀਂ। BJP ਦਾ ਪਿਛਲਾ ਬੇਸ ਹੈ। ਮਾਂ ਜਿਹੜੀ ਉਹਦੀ ਆ ਉਹ RSS ਹੈ, ਰਾਸ਼ਟਰੀ ਸਵੈਮ ਸੇਵਕ ਸੰਘ ਜੀ। ਲੇਕਿਨ ਕੁਝ ਸਮੇਂ ਤੋਂ ਇੱਕ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਸੰਸਥਾ ਜਿਹੜੀ ਆ ਉਹ ਵੀ ਭਾਜਪਾ ਦੀ ਤੇ ਉਸ RSS ਦੀ ਇੱਕ ਸ਼ਾਖਾ ਆ ਜਿਹਦਾ ਕੰਮ ਹੈ ਸਿਰਫ ਸਿੱਖਾਂ ਦੇ ਵਿੱਚ ਸਿੱਖਾਂ ਵਰਗੇ ਲੱਗ ਕੇ ਗੱਲ ਕਰਨੀ ਜੀ। ਲੇਕਿਨ ਅਸਲੀਅਤ ਇਹ ਆ ਕਿ ਜਦੋਂ RSS ਜਿਹੜੀ ਰਾਸ਼ਟਰੀ ਸਵੈਮ ਸੇਵਕ ਸੰਘ ਹੈ, ਜਦੋਂ ਉਹ ਮੰਨਦੀ ਨਹੀਂ, ਇਹ ਪ੍ਰਵਾਨ ਹੀ ਨਹੀਂ ਕਰਦੀ ਕਿ ਸਿੱਖ ਜਿਹੜੇ ਨੇ ਉਹ ਇੱਕ ਆਜ਼ਾਦ ਹਸਤੀ ਆ, ਉਹਨਾਂ ਦੀ ਵੱਖਰੀ ਅਡਰੀ ਨਿਆਰੀ ਹਸਤੀ ਆ, ਉਹਨੂੰ ਪ੍ਰਵਾਨ ਹੀ ਨਹੀਂ ਕਰਦੀ। ਲੇਕਿਨ ਮੈਂ ਤੁਹਾਨੂੰ ਰੋਕਾਂ ਕਿਉਂਕਿ ਤੱਥ ਨੇ ਨਾ ਜੀ। ਮੇਰੇ ਕੋਲ ਪਿੱਛੇ ਰਾਮ ਗੋਪਾਲ ਪ੍ਰੋਗਰਾਮ ਚ ਆਏ ਜੀ ਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਜੀ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਅਸੀਂ ਜਦੋਂ ਸਰਦਾਰ ਤਰਲੋਚਨ ਸਿੰਘ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸੀ ਜੀ, ਸਾਡੇ ਮੁਖੀ ਵੱਲੋਂ ਜੀ, ਉਦੋਂ ਦੇ ਸ਼ਾਇਦ ਸੁਦਰਸ਼ਨ ਜੀ ਸੀਗੇ, ਸੁਦਰਸ਼ਨ, ਉਹਨਾਂ ਨੇ ਲਿਖਤੀ ਘੱਟ ਗਿਣਤੀ ਕਮਿਸ਼ਨ ਨੂੰ ਸਪਸ਼ਟ ਕੀਤਾ ਸੀ। ਸ਼ਾਇਦ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਇਹ ਪੁੱਛਿਆ ਗਿਆ ਸੀ ਜੀ ਕਿ ਸਿੱਖਾਂ ਨੂੰ ਲੈ ਕੇ ਸਥਿਤੀ ਸਪਸ਼ਟ ਕਰੋ ਜੀ। ਤੇ ਉਦੋਂ ਕਹਿੰਦੇ ਜੀ ਅਸੀਂ ਪੱਤਰ ਦਿੱਤਾ ਸੀ ਕਿ ਅਸੀਂ ਸਿੱਖਾਂ ਦੀ ਅਡਰੀ ਹੋਂਦ ਹਸਤੀ ਨੂੰ ਮੰਨਦੇ ਆ। ਉਹ ਕਹਿੰਦੇ ਕਿ ਇਹ ਗੱਲ ਸਬੂਤਾਂ ਸਮੇਤ ਕਮਿਸ਼ਨ ਦੇ ਦਫ਼ਤਰ 'ਚ ਪਈ ਹੈ। ਉਸ ਤੋਂ ਬਾਅਦ ਮੈਂ ਸਰਦਾਰ ਤਰਲੋਚਨ ਸਿੰਘ ਤੋਂ ਕਨਫਰਮ ਕੀਤਾ, ਉਹ ਕਹਿੰਦੇ ਜੀ ਹਾਂ ਲਿਖ ਕੇ ਦਿੱਤਾ ਹੈ ਔਰ ਡਾਕੂਮੈਂਟਰੀ ਪਿਆ। ਫਿਰ ਇਹ ਵਿਵਾਦ ਮੁੱਕਦੇ ਕਿਉਂ ਨਹੀਂ? ਬਸ ਇੱਥੇ ਹੀ ਆ, ਦਸਤਾਵੇਜ਼ ਦਿੱਤਾ, ਦਸਤਾਵੇਜ਼ ਫਾਈਲਾਂ ਦੇ ਵਿੱਚ ਦੱਬ ਕੇ ਰਹਿ ਗਿਆ। ਹੁਣ ਜਦੋਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਜਿਹੜੇ ਨੇ ਮੋਹਨ ਭਾਗਵਤ ਜੀ, ਜਦੋਂ ਉਹ ਬਾਰ-ਬਾਰ ਮੰਚ ਤੇ ਖੜੇ ਹੋ ਕੇ ਐਲਾਨੀਆਂ ਕਹਿੰਦੇ ਨੇ ਕਿ ਇਸ ਦੇਸ਼ ਵਿੱਚ ਰਹਿਣ ਵਾਲਾ ਹਰ ਸ਼ਖਸ ਹਿੰਦੂ ਹੈ, ਫਿਰ ਕੀ ਕਹੋਗੇ? ਫਿਰ ਇਸ ਦੇਸ਼ ਦੇ ਜਦੋਂ ਇਹ ਦੇਸ਼ ਬਹੁਤ ਧਰਮੀ ਆ, ਬਹੁਤ ਜਾਤੀ ਆ, ਬਹੁਤ ਭਾਸ਼ਾਈ ਆ, ਫਿਰ ਇਹ ਸਮੁਖੀ ਦਾ ਇਹ ਕਹਿਣਾ ਕਿ ਜੋ ਉਹ ਦਸਤਾਵੇਜ਼ ਘੱਟ ਗਿਣਤੀ ਕਮਿਸ਼ਨ ਨੂੰ ਦਿੱਤਾ ਗਿਆ ਹੈ ਕਿ ਉਹਦੀ ਉਲੰਘਣਾ ਨਹੀਂ ਹੈ। ਘੱਟ ਗਿਣਤੀ ਕਮਿਸ਼ਨ ਕਿੱਥੇ ਹੈ? ਫਿਰ ਮੈਂ ਇੱਕ ਗੱਲ ਪੁੱਛਦਾ, ਮੰਨ ਲਓ ਮੋਹਨ ਭਾਗਵਤ ਇਹ ਗੱਲ ਕਹਿ ਰਹੇ ਨੇ ਜੀ ਕਿ ਇੱਥੇ ਵਸਣ ਵਾਲਾ ਹਰ ਬੰਦਾ ਹਿੰਦੂ ਆ ਜੀ, ਮੈਂ ਨਹੀਂ ਮੰਨਦਾ ਇਸ ਗੱਲ, ਮੰਨ ਲਓ ਸਪੋਜ਼, ਬਿਲਕੁਲ। ਤੇ ਫਿਰ ਉਹਨਾਂ ਦੇ ਕਹੇ ਦੀ ਵੁਕਤ ਕੀ ਆ? ਅਸੀਂ ਆਪਣੇ ਆਪ ਨੂੰ ਇੰਨਾ ਛੋਟਾ ਕਿਉਂ ਸਮਝਦੇ ਆ ਕਿ ਮੋਹਨ ਭਾਗਵਤ ਨੇ ਕਿਹਾ ਤੇ ਮੈਂ ਹਿੰਦੂ ਹੋ ਗਿਆ? ਮੈਂ ਇਹ ਕਹਿਣਾ ਕਿ ਕੱਲ ਨੂੰ ਮੈਂ ਕਹਿਣਾ ਕਿ ਮੈਂ ਸਿੱਖ ਹਾਂ
ਇਸ ਦੇਸ਼ ਵਿੱਚ ਵਸਣ ਵਾਲਾ ਹਰ ਬੰਦਾ ਮੇਰੇ ਅਨੁਸਾਰ ਸਿੱਖ ਹੀ ਆ ਜੀ। ਇਹਦੇ ਨਾਲ ਕਿਸੇ ਨੂੰ ਕੀ ਫਰਕ ਪੈਂਦਾ? ਮੈਂ ਕਹਿੰਦਾ ਕਿ ਤੁਸੀਂ ਕਿਸੇ ਗੱਲ ਨੂੰ ਇੰਨੀ ਤਵੱਜੋ ਕਿਉਂ ਦੇ ਰਹੇ ਹੋ? ਤੁਸੀਂ ਆਰਐਸਐਸ ਨੂੰ ਆਪਣੇ ਨਾਲੋਂ ਵੱਡੀ ਮੰਨਦੇ ਹੋ? ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਉਹਨਾਂ ਦੇ ਬੋਲੇ ਦਾ ਅਰਥ ਆ? ਨਹੀਂ, ਜਦੋਂ ਤੁਸੀਂ ਗੱਲ ਕੀਤੀ ਸੀ ਹੁਣ ਤੁਹਾਨੂੰ ਉੱਥੇ ਲਿਆ ਗਿਆ। ਜਦੋਂ ਸਾਲ 2004 ਦੇ ਵਿੱਚ, ਸਤੰਬਰ 2004 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਦੀ ਚੌਥੀ ਸ਼ਤਾਬਦੀ ਸੀ, 400 ਸਾਲਾ ਮਨਾਏ ਜਾਣੇ ਸੀ ਜੀ। ਉਸ ਵੇਲੇ ਰਾਸ਼ਟਰੀ ਸਿੱਖ ਸੰਗਤ ਨੇ ਕਿਹਾ ਕਿ ਅਸੀਂ ਨਗਰ ਕੀਰਤਨ ਆਪਣੇ ਤੌਰ ਤੇ ਕੱਢਣੇ ਨੇ। ਸ਼ਿਕਾਇਤ ਅਕਾਲ ਤਖਤ ਸਾਹਿਬ ਦੇ ਕੋਲ ਆਈ ਜੀ। ਅਕਾਲ ਤਖਤ ਸਾਹਿਬ ਨੇ ਜਦੋਂ ਉਹਨਾਂ ਨੂੰ ਸੱਦ ਕੇ ਪੁੱਛਿਆ ਵੀ ਆਖਰ ਤੁਸੀਂ ਕੀ ਕਰਨਾ ਚਾਹੁੰਦੇ ਹੋ, ਉਸ ਵੇਲੇ ਰਾਸ਼ਟਰੀ ਸਿੱਖ ਸੰਗਤ ਨੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਤੇ ਅਕਾਲ ਤਖਤ ਨੇ ਇਜਾਜ਼ਤ ਦੇ ਦਿੱਤੀ ਹੈ। ਅੱਛਾ। ਜਦ ਕਿ ਐਸਾ ਕੋਈ ਦਸਤਾਵੇਜ਼ ਅਕਾਲ ਤਖਤ ਸਾਹਿਬ ਨੇ ਜਾਰੀ ਨਹੀਂ ਸੀ ਕੀਤਾ। ਠੀਕ ਹੈ। ਫਿਰ ਅਕਾਲ ਤਖਤ ਸਾਹਿਬ ਨੇ ਉਸ ਵੇਲੇ ਇਹਨਾਂ ਦੀ ਪ੍ਰਬੰਧਕਾਂ ਦੀ, ਰਾਸ਼ਟਰੀ ਸਿੱਖ ਸੰਗਤ ਦੇ ਪ੍ਰਬੰਧਕਾਂ ਦੀ ਮਾਨਸਿਕਤਾ ਨੂੰ ਦੇਖ ਕੇ ਕਿਹਾ ਕਿ ਜਿਹੜੇ ਲੋਕ ਹੁਣੇ ਸ਼ੁਰੂਆਤ ਦੇ ਵਿੱਚ ਹੀ ਅਜੇ ਇਹਨਾਂ ਇੱਕ ਧਾਰਮਿਕ ਕਾਰਜ ਕਰਨਾ ਆ, ਪੈਰ ਪੈਰ ਤੇ ਝੂਠ ਬੋਲ ਰਹੇ ਨੇ, ਸਟੈਂਡ ਕੋਈ ਨਹੀਂ ਹੈ। ਫਿਰ ਇਹ ਲੋਕ ਜਦੋਂ ਇਹ ਨਗਰ ਕੀਰਤਨ ਕੱਢਣਗੇ ਤੇ ਉਹਦੇ ਵਿੱਚ ਕਿਹੜੀ ਪਰੰਪਰਾ ਨੂੰ ਅਪਣਾਉਣਗੇ ਜਾਂ ਕਿਹੜੀ ਨੂੰ ਨਹੀਂ ਅਪਣਾਉਣਗੇ, ਸਾਨੂੰ ਸ਼ੰਕਾ ਆ। ਇਸ ਕਰਕੇ ਅਸੀਂ ਇਹਨਾਂ ਨੂੰ ਇਜਾਜ਼ਤ ਨਹੀਂ ਦੇ ਰਹੇ ਜੀ। ਉਹ ਹੁਕਮਨਾਮਾ 21 ਜੁਲਾਈ 2004 ਦਾ ਅੱਜ ਵੀ ਪਿਆ ਹੈ। ਉਹ ਬੇਸਿਕਲੀ ਹੁਕਮਨਾਮਾ ਹੈ ਕੀ ਆ? ਉਹ ਹੁਕਮਨਾਮਾ ਉਹ ਨਗਰ ਕੀਰਤਨ ਲਈ ਸੀਗਾ? ਬਿਲਕੁਲ ਨਗਰ ਕੀਰਤਨ ਲਈ ਸੀ, ਲੇਕਿਨ ਉਹਦੀ ਇੱਕ ਲਾਈਨ ਜਿਹੜੀ ਸੀ ਉਹ ਆਰਐਸਐਸ ਦੀ ਮਾਨਸਿਕਤਾ ਨੂੰ ਲੈ ਕੇ ਸੀ ਕਿ ਵੀ ਇਹਦੇ ਤੋਂ ਦੂਰ ਰੱਖਣ, ਸਿੱਖ ਦੂਰ ਰਹਿਣ। ਜਦੋਂ ਉਹ ਹੁਕਮਨਾਮਾ ਸਾਹਮਣੇ ਆ, ਅੱਜ ਵੀ ਸਾਹਮਣੇ ਆ, ਲੇਕਿਨ ਸਵਾਲ ਇਹ ਆ ਸਰਦਾਰ ਸਾਹਿਬ, ਮੈਂ ਇਹ ਪੁੱਛਦਾ ਹਾਂ ਜੀ ਕਿ ਮੰਨ ਲਓ ਕਿਸੇ ਇੱਕ ਮੌਕੇ ਤੇ ਕੁਝ ਇੰਜ ਵਾਪਰਦਾ ਹੈ ਜੀ, ਕਿਸੇ ਦੂਜੇ ਮੌਕੇ ਤੇ ਵੀ ਇੰਜ ਵਾਪਰਦਾ ਹੈ, ਲੇਕਿਨ ਮੋਟਾ ਜਿਹਾ ਜਦੋਂ ਵੀ ਇਨਸਾਨੀ ਸੱਭਿਅਤਾ ਤਰੱਕੀ ਕਰ ਗਈ, ਮੋਟਾ ਜਿਹਾ ਹੁੰਦਾ ਹੈ ਡਾਇਲੌਗ। ਹਰ ਚੀਜ਼ ਦੇ ਵਿੱਚ ਇੱਕ ਡਾਇਲੌਗ ਹੈ, ਇੱਕ ਗੱਲਬਾਤ ਹੈ, ਇੱਕ ਆਮਣੇ ਸਾਹਮਣੇ ਰੂਬਰੂ ਬਹਿ ਕੇ। ਇਸ ਦੌਰ 'ਚ ਜੀਂਦਿਆਂ ਵੀ ਕੀ ਅਸੀਂ ਟਕਰਾਅ ਦੇ ਨਾਲ ਹੀ ਸਭ ਕੁਝ ਜਿੱਤਣਾ? ਕੀ ਅਸੀਂ ਕਿ ਜਿੱਥੇ ਸਾਨੂੰ ਇੱਕ ਦੂਜੇ ਨਾਲ ਸ਼ੰਕਾ ਹੈ, ਅਸੀਂ ਉਹਨਾਂ ਨਾਲ ਚਿੱਠੀ ਪੱਤਰ ਕਰਕੇ ਸਪਸ਼ਟੀਕਰਨ ਲੈ ਦੇ ਸਕਦੇ ਹਾਂ? ਕੋਈ ਸਾਂਝੀ ਮੀਟਿੰਗ ਆਰਗੇਨਾਈਜ਼ ਕੀਤੀ ਜਾ ਸਕਦੀ ਸੀ? ਇਸ ਦੇਸ਼ ਦੇ ਵਿੱਚ ਜਿਹੜਾ ਬਹੁ ਕੌਮੀ ਹੈ, ਇਸ ਦੇਸ਼ ਦੇ ਵਿੱਚ ਜਿਹਦੇ ਚ ਬਹੁਤ ਤਰ੍ਹਾਂ ਦੀਆਂ ਕਲਚਰ ਡਿਵੈਲਪ ਹੋਈਆਂ ਤੇ ਵੱਖ-ਵੱਖ ਧਰਮ ਵੱਸਦੇ ਆ, ਉਹਦੇ ਵਿੱਚ ਟਕਰਾਅ ਨਾਲੋਂ ਜੇ ਡਾਇਲੌਗ ਨੂੰ ਰੱਖਿਆ ਜਾਵੇ, ਆਰਐਸਐਸ ਨੂੰ ਸੱਦਿਆ ਜਾ ਸਕਦਾ ਹੈ, ਸ਼੍ਰੋਮਣੀ ਕਮੇਟੀ ਉਹਨਾਂ ਕੋਲ ਜਾ ਸਕਦੀ ਆ, ਕਿਉਂ ਝਿਜਕੋਵੇ? ਕਿਸੇ ਤੇ ਗਦਾਰੀ ਦਾ ਠੱਪਾ ਕਿਉਂ ਲੱਗੇ? ਤੁਸੀਂ ਕਿਸੇ ਕਾਮਨ ਜਗ੍ਹਾ ਤੇ ਬਹਿ ਸਕਦੇ ਹੋ, ਵਿਚਾਰਵਾਨ ਇਕੱਠੇ ਹੋ ਸਕਦੇ ਆ। ਇੱਥੇ ਜਿਹੜੇ ਬਹੁਤ ਧਰਮੀ ਸੰਮੇਲਨ ਹੁੰਦੇ ਆ, ਇੱਥੇ ਇੱਕ ਦੂਜੇ ਨਾਲ ਕੰਪੈਰੀਟਿਵ ਸਟੱਡੀ ਦੇ ਅਧਿਐਨ ਨੇ, ਤੁਸੀਂ ਦੇਖੋ ਸਾਰੀਆਂ ਯੂਨੀਵਰਸਿਟੀਆਂ 'ਚ। ਫਿਰ ਜਦੋਂ ਦੋ ਵੱਡੀਆਂ ਸੰਸਥਾਵਾਂ ਧਰਮਾਂ ਨੂੰ ਰਿਪਰੈਜ਼ੈਂਟ ਕਰਦੀਆਂ ਦੱਸਦੀਆਂ ਨੇ, ਸੱਭਿਅਤਾਵਾਂ ਨੂੰ ਰਿਪਰੈਜ਼ੈਂਟ ਕਰਦੀਆਂ, ਉਹ ਹਿੰਦੂ ਇਹ ਸਿੱਖ, ਫਿਰ ਉਹਨਾਂ ਦੇ ਵਿੱਚ ਕੋਈ ਇੱਕ ਦੂਜੇ ਨੂੰ ਛੱਡ ਦੇਣ ਦੀ ਰਣਨੀਤੀ ਤੋਂ ਪਹਿਲਾਂ ਵੀ ਕੁਝ ਬਚਦਾ। ਕੁਝ ਪਲੇਟਫਾਰਮ ਹੋ ਸਕਦੇ ਆ ਜਿੱਥੇ ਇਹ ਬਹਿ ਕੇ ਨਿਪਟਾਰਾ ਕੀਤਾ ਜਾ ਸਕੇ ਕਿ ਤੁਸੀਂ ਠੀਕ ਹੋ ਜਾਂ ਗਲਤ ਹੋ, ਅਸੀਂ ਇੱਕ ਦੂਜੇ 'ਚ ਦਖਲ ਨਹੀਂ ਦੇਣਾ, ਇੱਕ ਦੂਜੇ ਨੂੰ ਵਧਣ ਫੁੱਲਣ ਦੇ ਮੌਕੇ ਦੇਣੇ ਆ, ਅਸੀਂ ਸਮੁੱਚੇ ਰੂਪ ਦੇ ਵਿੱਚ ਟਕਰਾਅ ਦੇ ਵਿੱਚ ਨਹੀਂ ਅੱਗੇ ਵਧ ਰਹੇ। 2004 ਚ ਹੁਕਮਨਾਮਾ ਹੋਇਆ, ਉਸ ਤੋਂ ਬਾਅਦ 2005 ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਸ਼ਤਾਬਦੀ ਮਨਾਈ ਗਈ, ਤਰਨਤਾਰਨ ਜੀ ਮੰਚ ਲੱਗਾ, ਇਸਤਰੀ ਸੰਮੇਲਨ ਹੋਇਆ। ਉਸ ਇਸਤਰੀ ਸੰਮੇਲਨ ਦੇ ਪ੍ਰਬੰਧਕ ਸਨ ਬੀਬੀ ਜਗੀਰ ਕੌਰ, ਮੌਜੂਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਜੀ। ਉਸ ਮੰਚ ਤੋਂ ਸੁਸ਼ਮਾ ਸਵਰਾਜ ਜਿਹੜੇ ਭਾਜਪਾ ਦੇ ਸੀਨੀਅਰ ਆਗੂ ਸਨ, ਸਾਬਕਾ ਮੰਤਰੀ ਵੀ ਰਹੇ ਨੇ, ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਜਿਹੜਾ ਚੰਦੂ ਆ ਉਹਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਕੋਈ ਲੈਣ ਦੇਣ ਨਹੀਂ ਹੈ, ਜਦ ਕਿ ਸਾਰਾ ਸਿੱਖ ਧਰਮ ਇਤਿਹਾਸ ਕਹਿੰਦਾ ਕਿ ਬਕਾਇਦਾ ਚੰਦੂ ਨੂੰ ਉਸ ਵੇਲੇ ਸਿੱਖਾਂ ਨੇ, ਉਸ ਦੇ ਹਾਕਮਾਂ ਨੇ ਸਿੱਖਾਂ ਦੇ ਹਵਾਲੇ ਕੀਤਾ ਕਿ ਇਹ ਤੁਹਾਡਾ ਦੋਸ਼ੀ ਹੈ, ਇਹਨੂੰ ਸਜ਼ਾ ਤੁਸੀਂ ਦਿਓ ਜੀ। ਜਦੋਂ ਤੁਸੀਂ ਇੱਕ ਮੰਚ ਤੋਂ ਸਾਡਾ ਸਿਧਾਂਤ, ਸਾਡਾ ਇਤਿਹਾਸ ਝੁਠਲਾਉਣ ਦੀ ਜਾਂ ਬਦਲਣ ਦੀ ਕੋਸ਼ਿਸ਼ ਕਰਦੇ ਹੋ, ਫਿਰ ਕੀ ਮੰਨਿਆ ਜਾਵੇ। ਲੇਕਿਨ ਉਸ ਵੇਲੇ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਹਰ ਸਿੱਖ ਸੰਸਥਾ ਨੇ ਸੁਸ਼ਮਾ ਸਵਰਾਜ ਦਾ ਵਿਰੋਧ ਕੀਤਾ। ਫਿਰ ਇੱਕ ਐਸਾ ਮੌਕਾ ਆਇਆ, ਸੁਸ਼ਮਾ ਸਵਰਾਜ ਨੇ ਇੱਕ ਦਸਤਾਵੇਜ਼ ਜਾਰੀ ਕੀਤਾ ਜਿਹਦੇ 'ਚ ਲਿਖਿਆ ਕਿ ਗੁਰੂ ਰਾਮਦਾਸ ਲੰਗਰ ਦੇ ਵਿੱਚ ਪੱਕਣ ਵਾਲਾ ਲੰਗਰ ਜਿਹੜਾ ਆ ਉਹ ਤਾਮਸਿਕ ਭੋਜਨ ਹੈ।
ਤਾਮਸਿਕ ਭੋਜਨ ਜਿਹੜਾ ਆ ਉਹ ਅੱਜ ਇਹਨੂੰ ਸਨਾਤਨ ਮਤ ਦੇ ਅਨੁਸਾਰ ਕਿਹਾ ਜਾਂਦਾ ਕਿ ਇਹਦੇ 'ਚ ਲਸਣ ਜਾਂ ਪਿਆਜ਼ ਜਾਂ ਸਾਰਾ ਕੁਝ ਹੈ। ਜਦ ਕਿ ਸਿੱਖ ਧਰਮ ਦੇ ਵਿੱਚ ਐਸਾ ਨਹੀਂ ਹੈ। ਗੁਰੂ ਕੇ ਲੰਗਰਾਂ ਦੇ ਵਿੱਚ ਹਰ ਕਿਸਮ ਦਾ ਪ੍ਰਸ਼ਾਦਾ ਜੋ ਤਿਆਰ ਹੁੰਦਾ, ਸਬਜ਼ੀ ਤਿਆਰ ਹੁੰਦੀ, ਉਹ 'ਚ ਲਸਣ ਵੀ ਪੈਂਦਾ, ਅਦਰਕ ਵੀ ਪੈਂਦਾ, ਪਿਆਜ਼ ਵੀ ਪੈਂਦਾ। ਜੀ ਜੀ, ਵੈਜੀਟੇਰੀਅਨ ਹਰ ਤਰ੍ਹਾਂ ਦਾ ਉੱਥੇ ਚੱਲਦਾ। ਲੇਕਿਨ ਉਸ ਵੇਲੇ ਸ਼੍ਰੋਮਣੀ ਕਮੇਟੀ ਖਾਮੋਸ਼ ਰਹੀ। ਉਸ ਤੋਂ ਬਾਅਦ ਮੌਕਾ ਆਇਆ ਫਤਿਹਗੜ੍ਹ ਸਾਹਿਬ। ਲੇਕਿਨ ਮੈਂ ਇੱਥੇ ਇੱਕ ਚੀਜ਼ ਸ਼ਾਮਲ ਕਰਾਂ ਕਿ ਇਹ ਉਹੀ ਸ਼੍ਰੋਮਣੀ ਕਮੇਟੀ ਹੈ। ਬੀਬੀ ਜਗੀਰ ਕੌਰ ਇਸ ਮਤੇ ਨੂੰ ਲੈ ਕੇ ਆ ਰਹੇ ਆ। ਬੀਬੀ ਜਗੀਰ ਕੌਰ ਨਾਲ ਮੇਰੀ ਲੰਬੀ ਗੱਲਬਾਤ ਹੋਈ ਇਸੇ ਵਿਸ਼ੇ ਤੇ, ਮੇਰੀ ਆਫ ਦਾ ਰਿਕਾਰਡ ਉਹਨਾਂ ਨਾਲ ਗੱਲਬਾਤ ਹੋਈ। ਉਹ ਮੈਨੂੰ ਕਹਿੰਦੇ ਕਿ ਠੀਕ ਹੈ, ਸ਼ੋਰ ਸ਼ਰਾਬਾ ਹੋ ਰਿਹਾ, ਲੇਕਿਨ ਜਦੋਂ ਅਸੀਂ ਇਹ ਮਤਾ ਲੈ ਕੇ ਆਏ ਆ, ਇਹ ਮਤੇ ਦੇ ਪਿੱਛੇ ਮੂਲ ਭਾਵਨਾ ਇਹ ਸੀ ਕਿ ਜਿਹੜਾ ਮੋਟੇ ਤੌਰ ਤੇ ਰੌਲਾ ਪੈਂਦਾ ਰਹਿੰਦਾ ਦਖਲਅੰਦਾਜ਼ੀ ਦਾ, ਪਿੰਡ ਪੱਧਰ ਤੱਕ ਦਖਲਅੰਦਾਜ਼ੀ ਦਾ ਰੌਲਾ ਪੈਂਦਾ ਹੈ, ਭਾਸ਼ਾਈ ਪੱਧਰ ਤੇ ਪੈਂਦਾ ਹੈ, ਸਾਡੇ ਸਿਲੇਬਸ ਜਿਹੜੇ ਆ ਉਹ ਬਦਲਤੇ ਗਏ, ਨੈਸ਼ਨਲ ਲੈਵਲ ਤੇ ਨੀਤੀਆਂ ਦੇ ਵਿੱਚ ਇਹਨਾਂ ਦਾ ਦਖਲ ਵੱਧ ਰਿਹਾ, ਸਾਡੀ ਲਿਪੀ ਨਾਲ ਛੇੜਛਾੜ ਹੋ ਰਹੀ ਆ। ਇਹ ਲਫ਼ਜ਼ ਉਹਨਾਂ ਦੇ ਹੂਬਹੂ ਮੈਂ ਦੱਸ ਰਿਹਾ। ਉਹ ਮੈਨੂੰ ਇਹ ਗੱਲ ਕਹਿੰਦੇ ਆ ਕਿ ਅਸੀਂ ਆਪਣੀ ਸੰਗਤ ਨੂੰ ਅਵੇਅਰ ਕਰਨ ਲਈ ਇਹ ਰੈਜੂਲੇਸ਼ਨ ਲਿਆਂਦਾ ਹੈ। ਅਸੀਂ ਆਪਣੀ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ ਸੁਚੇਤ ਰਹੋ। ਇਹ ਨਾ ਹੋਵੇ ਕਿ ਸਾਡੇ ਰੂਪ ਦੇ ਵਿੱਚ ਹੀ ਅਚੇਤ ਰੂਪ ਦੇ ਵਿੱਚ ਸਾਡੇ ਅੰਦਰ ਸਾਨੂੰ ਸੱਟ ਮਾਰੀ ਜਾਵੇ। ਸੋ ਇਹ ਇਹਨਾਂ ਦਾ ਐਂਗਲ ਆ। ਉਹਨਾਂ ਦਾ ਐਂਗਲ ਆਰਪੀ ਸਿੰਘ ਦੇ ਰੂਪ ਚ ਆਉਂਦਾ ਜਿਹੜਾ ਤੁਸੀਂ ਜ਼ਿਕਰ ਕਰੋਗੇ। ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਦਿਹਾੜਾ ਮਨਾਇਆ ਗਿਆ। ਉਹਨਾਂ ਨੂੰ ਯਾਦ ਕੀਤਾ ਗਿਆ। ਉਹਨੇ ਸ਼ਹਾਦਤ ਨੂੰ ਫਤਿਹਗੜ੍ਹ ਸਾਹਿਬ ਦੀ ਮੰਚ ਤੋਂ, ਉਸ ਵੇਲੇ ਜਦੋਂ ਸਾਰੀ ਸਿੱਖ ਕੌਮ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਸੰਬੋਧਨ ਹੁੰਦੀ ਹੈ, ਕਿਉਂਕਿ ਜਦੋਂ ਕੋਈ ਸ਼ਖਸ ਅੰਮ੍ਰਿਤ ਛਕ ਲੈਂਦਾ ਉਸ ਵੇਲੇ ਉਹਨੂੰ ਕਿਹਾ ਜਾਂਦਾ ਕਿ ਤੇਰਾ ਪਿਛਲਾ ਜਨਮ, ਜਾਤ, ਕਰਮ ਸਭ ਖਤਮ। ਜਦੋਂ ਉਹ ਖਾਲਸਾ ਸੱਜ ਕੇ, ਸਿੰਘ ਸੱਜ ਕੇ, ਉਸ ਤੋਂ ਬਾਅਦ ਉਸ ਵੇਲੇ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵਜੋਂ ਹੀ ਸੰਬੋਧਿਤ ਕੀਤਾ ਜਾਣਾ ਸੀ। ਲੇਕਿਨ ਜਿਹੜਾ ਨੁਮਾਇੰਦਾ ਭਾਜਪਾ ਦਾ ਆਇਆ, ਉਹ ਸ਼ਬਦ ਵਰਤੇ ਬੰਦਾ ਬੈਰਾਗੀ ਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਮੰਚ ਤੋਂ ਉੱਠ ਕੇ ਖਲੋ ਕੇ ਕਹਿਣਾ ਪਿਆ ਕਿ ਨਹੀਂ, ਬੰਦਾ ਸਿੰਘ ਬਹਾਦਰ ਜੀ। ਇਹਦਾ ਮਤਲਬ ਕਿਤੇ ਨਾ ਕਿਤੇ ਫਿਰ ਉਹੀ ਗੱਲ ਜਿਹੜੀ ਬੀਬੀ ਜਗੀਰ ਕੌਰ ਕਹਿ ਰਹੇ ਨੇ, ਇੱਥੋਂ ਤੱਕ ਤੁਸੀਂ ਆ ਜਾਂਦੇ ਹੋ। ਕਲਕੱਤਾ ਮਨਜੀਤ ਸਿੰਘ ਅਕਾਲੀ ਸਰਕਾਰ ਦੇ ਵੇਲੇ ਸਿੱਖਿਆ ਮੰਤਰੀ, ਉਚੇਰੀ ਸਿੱਖਿਆ ਮੰਤਰੀ ਸਨ। ਹਿਊਮਨ HRD ਜਿਹੜੇ ਮਿਨਿਸਟਰੀ ਆ, ਹਿਊਮਨ ਰਿਸੋਰਸ ਡਿਵੈਲਪਮੈਂਟ ਜਿਹੜਾ ਮਹਿਕਮਾ, ਉਹਨਾਂ ਨੇ ਇੱਕ ਸੈਮੀਨਾਰ ਕਰਾਇਆ ਕਿ ਉਚੇਰੀ ਸਿੱਖਿਆ ਕਿਸ ਤਰ੍ਹਾਂ ਹੋਰ ਕੀਤੀ ਜਾਏ ਜੀ। ਕਹਿੰਦੇ ਕਿ ਜਿਸ ਵੇਲੇ ਸ਼ੁਰੂਆਤ ਹੋਈ ਤੇ ਕਹਿੰਦੇ ਜੀ ਸਭ ਤੋਂ ਪਹਿਲਾਂ ਤੇ ਆਪਣਾ ਕਰਨਾ ਆ, ਜਿਹੜਾ ਉਹਦਾ ਸੰਬੋਧਨ ਜਿਹੜਾ ਕੋਈ ਧਾਰਮਿਕ ਬੋਲਣਾ ਸੀ। ਕਹਿੰਦੇ ਕਿ ਮੈਂ ਕਿਹਾ ਪਹਿਲਾਂ ਇੱਕ ਗੱਲ ਦੱਸੋ, ਇਹ ਜਿਹੜਾ ਸੈਮੀਨਾਰ ਆ ਜਾਂ ਇਹ ਜਿਹੜੇ ਤੁਸੀਂ ਰਾਜਾਂ ਦੇ ਮੰਤਰੀ ਸੱਦੇ ਨੇ, ਮੁੱਖ ਮੰਤਰੀ ਸੱਦੇ ਨੇ, ਕੀ ਇਹ ਕਿਸੇ ਇੱਕ ਧਰਮ ਨਾਲ ਜੁੜੇ ਹੋਏ ਨੇ ਜੀ? ਜਦੋਂ ਇਹ ਸਾਰੇ ਹੀ ਮੰਤਰੀ ਜਿਹੜੇ ਨੇ ਇੱਕ ਦੇਸ਼ ਦੇ ਅੰਦਰ ਸੰਵਿਧਾਨ ਦੇ ਦਾਇਰੇ ਅੰਦਰ ਆ ਰਹੇ ਨੇ, ਤੇ ਫਿਰ ਜਾਂ ਤੇ ਤੁਸੀਂ ਆਪਣਾ ਜਨ ਗਣ ਮਨ ਗਾ ਲਓ, ਰਾਸ਼ਟਰੀ ਗੀਤ ਗਾ ਲਓ, ਸਾਨੂੰ ਕੋਈ ਇਤਰਾਜ਼ ਨਹੀਂ। ਉਹ ਸਾਰਿਆਂ ਦਾ ਹੈ, ਸਾਰਿਆਂ ਦਾ, ਸਾਨੂੰ ਪ੍ਰਵਾਨ ਹੋਏਗਾ। ਉਹ ਕਲਕੱਤਾ ਜੀ ਦਾ ਕਹਿਣਾ ਵੀ ਆਪਣਾ ਗਾ ਲਓ, ਉਹ ਨਹੀਂ, ਉਹ ਸਾਡਾ ਸਭ ਦਾ ਹੈ, ਸਭ ਦਾ। ਕਹਿੰਦੇ ਸਾਨੂੰ ਬਤੌਰ ਮੰਤਰੀ ਅਸੀਂ ਸਲਾਮੀ ਲੈਣੇ, ਸਾਨੂੰ ਪ੍ਰਵਾਨ ਹੋਏਗਾ, ਤੁਸੀਂ ਕਰ ਲਓ। ਕਹਿੰਦੇ ਲੇਕਿਨ ਅੰਦਰ ਜੋ ਮਤਾ ਪੇਸ਼ ਹੋਇਆ ਉਹ ਇਹ ਸੀ ਕਿ ਨਹੀਂ, ਸੰਸਕ੍ਰਿਤ ਜਿਹੜੀ ਆ ਇਹ ਭਾਸ਼ਾ ਹੋਣੀ ਚਾਹੀਦੀ ਆ, ਆਪ ਹੋਣਾ ਚਾਹੀਦਾ। ਕਹਿੰਦੇ ਮੈਂ ਕਿਹਾ ਕਿ ਤੁਸੀਂ ਸਾਨੂੰ ਆਪਣੇ ਸਿਧਾਂਤ ਕਿਉਂ ਥੋਪ ਰਹੇ ਹੋ ਜੀ? ਔਰ ਉਹਦੇ ਤੋਂ ਬਾਅਦ ਜਦੋਂ ਅੱਜ ਤੱਕ ਅਸੀਂ ਦੇਖ ਰਹੇ ਹਾਂ ਜੋ ਕੁਝ ਸਾਡੇ ਸਾਹਮਣੇ ਆ ਰਿਹਾ ਕਿ ਸਿਲੇਬਸ ਦੇ ਵਿੱਚ, ਜਿਹੜਾ ਬੀਬੀ ਜਗੀਰ ਕੌਰ ਗੱਲ ਕਰ ਰਹੇ, ਸਿਲੇਬਸ ਦੇ ਵਿੱਚ ਗੀਤਾ ਚਾਹੀਦੀ ਆ ਵੀ ਚਾਹੀਦਾ। ਲੇਕਿਨ ਸਵਾਲ ਇਹ ਆ ਕਿ ਤੁਹਾਨੂੰ ਮੁਬਾਰਕ, ਜੇ ਕੋਈ ਪੜ੍ਹਨਾ ਚਾਹੁੰਦਾ, ਸੰਸਕ੍ਰਿਤ ਪੜ੍ਹਨ ਵਾਲੇ ਸਿੱਖ ਵੀ ਨੇ, ਸੰਸਕ੍ਰਿਤ ਪੜ੍ਹਨ ਵਾਲੇ ਮੁਸਲਮਾਨ ਵੀ ਨੇ, ਲੇਕਿਨ ਤੁਸੀਂ ਹਰ ਸਿੱਖਿਆ ਮੁੱਢਲੇ ਪੱਧਰ ਤੋਂ ਇੱਕ ਹੀ ਧਰਮ ਨੂੰ ਮੋਹਰੇ ਨਾ ਰੱਖੋ। ਮਤਲਬ ਦੇਖੋ, ਗੱਲ ਇਹ ਹੈ ਕਿ ਜੇਕਰ ਅਸੀਂ ਬਹੁ ਕੌਮੀ ਹੈ ਤੇ ਜੇਕਰ ਕਿਸੇ ਇੱਕ ਧਰਮ ਦਾ ਸ਼ਾਮਲ ਕਰ ਰਹੇ ਹੋ ਤੇ ਦੂਜੇ ਧਰਮਾਂ ਨੂੰ ਵੀ ਸ਼ਾਮਲ ਕਰੋ। ਇਹ ਸਮੁੱਚੇ ਰੂਪ ਚ ਜਿਹੜੇ ਕੋਈ 4-5 ਵੱਡੇ ਧਰਮ ਆ ਉਹਨਾਂ ਨੂੰ ਪਾ ਲਓ। ਪਹਿਲੀ ਗੱਲ ਤੇ ਕੋਸ਼ਿਸ਼ ਹੋਵੇ ਕਿ ਧਰਮਾਂ ਦਾ ਜ਼ਿਕਰ ਇਸ ਤਰ੍ਹਾਂ ਦੇ ਸਿਲੇਬਸ ਵਿੱਚ ਹੋਵੇ ਹੀ ਨਾ। ਧਾਰਮਿਕ ਮਸਲੇ ਬੰਦੇ ਦੀ ਆਪਣੀ ਚੋਣ ਨੇ, ਸਮੁੱਚੀ ਪੜ੍ਹਾਈ ਲਿਖਾਈ ਚ ਇਹਨੂੰ ਨਾ ਲਿਆਂਦਾ ਜਾਵੇ। ਉਹਦੇ ਮਾਪਿਆਂ ਤੋਂ ਲੈ ਕੇ ਉਹਦੇ ਧਾਰਮਿਕ ਰਹੁ ਰੀਤਾਂ ਉਹਨੂੰ ਸਿਖਾਈ ਦਿੰਦੀ ਹੈ ਜੀ। ਔਰ ਇਹਦੇ ਤੋਂ ਬਾਅਦ ਇਹ ਹੁਣ ਜਿਹੜਾ ਇਹ ਮਸਲਾ, ਹਾਂ ਤੁਸੀਂ ਕੋਈ ਗੱਲ, ਹੁਣ ਜਦੋਂ ਵਾਪਸ ਇੱਕ ਵਾਰ ਸ਼੍ਰੋਮਣੀ ਕਮੇਟੀ ਨੇ ਦੁਬਾਰਾ ਇਹ ਮੁੱਦਾ ਉਠਾਇਆ, ਸਵਾਲ ਮੇਰਾ ਇਹੋ ਹੀ ਹੈ ਕਿ ਉਹਨਾਂ ਨੇ ਮੁੱਦਾ ਉਠਾਇਆ
ਉਹਨਾਂ ਗੱਲ ਕੀਤੀ RSS ਦੀ, ਹੂੰ ਭਾਜਪਾ ਦੀ ਨਹੀਂ ਕੀਤੀ। ਜੀ ਲੇਕਿਨ ਜਿਹੜੇ RP ਸਿੰਘ ਨੇ, ਜਿਹੜੇ ਇਹ ਜਵਾਬ ਦੇ ਰਹੇ ਨੇ, ਉਹ ਬੁਲਾਰੇ ਭਾਜਪਾ ਦੇ ਨੇ, ਨਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜਾਂ ਰਾਸ਼ਟਰੀ ਸਿੱਖ ਸੰਗਤ। ਲੇਕਿਨ ਤੁਸੀਂ ਇੱਕ ਪਹਿਲਾਂ ਸਵਾਲ ਕੀਤਾ ਸੀ ਜੀ ਕਿ ਬੀਜੇਪੀ ਦੀ ਜਿਹੜੀ ਬੇਸ ਲਾਈਨ ਹੈ ਉਹ RSS। ਗੱਲ ਤਾਂ ਫਿਰ ਉਹੀ ਹੈ। ਮੈਂ ਦੇਖੋ, ਤੁਸੀਂ ਮੰਨ ਨਹੀਂ ਰਹੇ ਹੋ, ਦੇਖੋ ਚਿਹਰੇ ਨਾ ਬਦਲੀਏ। ਹੁਣ ਇਸ ਵੇਲੇ ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਵੱਖ-ਵੱਖ ਨਹੀਂ ਗਏ। ਹਾਂ, ਬਸ ਇੱਥੇ ਤੁਸੀਂ ਹੁਣ ਆ ਗਏ ਜੀ ਕਿ ਜੇ RSS ਨੂੰ ਚੁੰਡੀ ਵੱਢੀ ਜਾਵੇ ਤੇ ਜਵਾਬ ਭਾਜਪਾ ਦੇਵੇ ਜੀ, ਤੇ ਜੇ ਅਕਾਲੀ ਦਲ ਨੂੰ ਕੋਈ ਮੁਸ਼ਕਲ ਆ ਤੇ ਫਿਰ ਮੋਰੇ ਸ਼੍ਰੋਮਣੀ ਕਮੇਟੀ ਲੱਗ। ਲੇਕਿਨ ਸ਼੍ਰੋਮਣੀ ਕਮੇਟੀ ਦਾ ਇਹ ਵੀ ਕਾਰਜ ਖੇਤਰ ਹੈ ਕਿ ਧਾਰਮਿਕ ਮਾਮਲਿਆਂ 'ਚ ਵਿਚਰਦਿਆਂ ਜੇ ਉਹਨਾਂ ਨੂੰ ਕੋਈ ਲੱਗਦੀ ਹੈ ਕਿ ਤਰਜੀਹੀ ਆਧਾਰ ਤੇ ਗੱਲ ਕਰਨੀ ਹੈ ਤੇ ਉਹ ਕਰਨ। ਸ਼੍ਰੋਮਣੀ ਕਮੇਟੀ ਦੇ ਵੈਸੇ ਫਿਰ ਜੇ ਦੂਸਰੇ ਪਾਸੇ ਦੇਖੋਗੇ, ਫਿਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਥੱਲੇ ਆ, ਫਿਰ ਉਹ ਬਾਹਰ ਨਹੀਂ ਜਾ ਸਕਦੀ। ਮੈਂ ਕਿਹਾ ਪ੍ਰਧਾਨ ਮੰਤਰੀ ਨਾਲ 8 ਦੀ ਮੀਟਿੰਗ ਵੀ ਆ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਜਿਹੜੀ ਸ਼ਤਾਬਦੀ ਆ ਉਹਦੀ ਰੂਪਰੇਖਾ ਵੀ ਉਲੀਕਣੀ ਆ। ਇਹ ਤੇ ਰੂਪਰੇਖਾ ਤੇ ਬਾਅਦ ਚ ਬਣੇਗੀ ਨਾ ਜੀ। ਫਿਲਹਾਲ ਤੇ ਸਾਡਾ ਸਿਆਸੀ ਮਕਸਦ ਪੂਰਾ ਹੋਣਾ ਚਾਹੀਦਾ। ਸਰਦਾਰ ਸਾਹਿਬ, ਇੱਕ ਹੋਰ ਪਹਿਲੂ ਜਿਹੜਾ ਮੈਨੂੰ ਲੱਗਦਾ ਕਿ ਕਿਤੇ ਵਿਸਰ ਨਾ ਜਾਵੇ, ਕਿ ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਬਣ ਜਾਂਦੇ ਆ ਜੀ, ਉਸ ਤੋਂ ਬਾਅਦ ਇੱਕ ਮਸਲਾ ਕਾਰ ਸੇਵਾ ਦਾ ਆਉਂਦਾ ਹੈ। ਜੀ, ਕਾਰ ਸੇਵਾ ਦਾ ਆਉਂਦਾ ਹੈ, ਸੰਪਰਦਾਵਾਂ ਨਾਲ ਸੰਬੰਧਿਤ ਸੀ ਜੀ। ਉਹਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਇਹ ਕਹਿੰਦੀ ਹੈ ਕਿ ਛੋਟੀਆਂ ਵੱਡੀਆਂ ਜਿਹੜੀਆਂ ਕਾਰ ਸੇਵਾ ਨੇ ਉਹ ਸ਼੍ਰੋਮਣੀ ਕਮੇਟੀ ਕਰਵਾਉਣ ਦੇ ਸਮਰੱਥ ਹੈ। ਜੀ। ਹੌਲੀ ਹੌਲੀ ਕੁਝ ਚੀਜ਼ਾਂ ਰਹੁ ਰੀਤਾਂ ਵੱਲ ਨੂੰ ਵੱਧਦੀਆਂ ਪਈਆਂ। ਤੁਹਾਨੂੰ ਯਾਦ ਹੈ ਜਦੋਂ 550 ਸਾਲਾ ਪ੍ਰਕਾਸ਼ ਪੁਰਬ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਉਸ ਮੌਕੇ ਵੀ ਮੂਲ ਮੰਤਰ ਨੂੰ ਲੈ ਕੇ ਸੰਪਰਦਾ ਨਾਲ ਵੱਲੋਂ ਭੇਜਿਆ ਗਿਆ ਇੱਕ ਗਿਫਟ, ਇੱਕ ਪਾਲਕੀ ਸਾਹਿਬ। ਤੁਹਾਨੂੰ ਯਾਦ ਹੈ ਉਦੋਂ ਵੀ ਇੱਕ ਰੌਲਾ ਪਿਆ ਸੀ, ਉਦੋਂ ਵੀ ਬੀਬੀ ਜਗੀਰ ਕੌਰ ਦਾ ਨਾਂ ਆਉਂਦਾ ਸੀ। ਆਖਰ ਇਸ ਵਾਰੀ ਜਦੋਂ ਜਗੀਰ ਕੌਰ ਆਸੀਨ ਹੁੰਦੇ ਆ ਅਹੁਦੇ ਤੇ, ਉਹਨਾਂ ਵੱਲੋਂ ਇਸ ਦਿਸ਼ਾ ਨੂੰ ਅੱਗੇ ਵਧਣ ਦਾ ਮਤਲਬ ਹੈ ਕਿ ਸਿੱਖ ਜਾਂ ਸਿੱਖੀ ਨਾਲ ਸੰਬੰਧਿਤ ਇਸ ਵਾਰੀ ਚੀਜ਼ਾਂ ਕੁਝ ਵੱਧ ਵਾਪਰ ਰਹੀਆਂ ਨੇ। ਇਹਦੇ ਪਿੱਛੇ ਭਾਵਨਾ ਕੀ ਹੋ ਸਕਦੀ ਹੈ? ਦੂਜੀ ਗੱਲ ਕਿ ਜਿਹੜਾ ਇਸ ਵਾਰੀ ਬਰਗਾੜੀ ਨੂੰ ਲੈ ਕੇ, ਬਹਿਬਲ ਕਲਾਂ ਨੂੰ ਲੈ ਕੇ ਮਤਾ ਆਇਆ, ਉਹ ਵੀ ਸੋਚਕ ਹੈ। ਇਹ ਹੁਣ 3-4 ਚੀਜ਼ਾਂ ਮਾਈਨਿਊਟਲੀ ਦੇਖਣ ਵਾਲੀਆਂ। ਮੈਂ ਇਹਦੇ ਨਾਲ ਹੀ, ਕਿਉਂਕਿ ਬਰਗਾੜੀ ਮਤੇ ਦਾ ਨਿੰਦਾ ਮਤਾ ਪਾਸ ਕਰ ਦਿੱਤਾ ਗਿਆ, ਮੈਂ ਬੀਬੀ ਜਗੀਰ ਕੌਰ ਨੂੰ ਇਸ ਮੰਚ ਤੋਂ ਇੱਕ ਬੇਨਤੀ ਕਰਾਂਗਾ ਕਿ 2 ਮਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਸਮੇਂ 'ਚ ਕੀਤੇ ਨੇ। ਇੱਕ ਮਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਕਾਇਮੀ ਨੂੰ ਲੈ ਕੇ ਉਹਨੂੰ ਰੱਦ ਕਰਨ ਦਾ। ਦੂਸਰਾ ਮਤਾ, ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਸੀ ਕਿ ਅਕਾਲ ਤਖਤ ਸਾਹਿਬ ਦੇ ਪਾਸ ਕੁਝ ਐਸੇ ਦਸਤਾਵੇਜ਼ ਨੇ ਜਿਹੜੇ ਸ਼੍ਰੋਮਣੀ ਕਮੇਟੀ ਸਾਨੂੰ ਦੇ ਦੇਵੇ ਤੇ ਸਾਨੂੰ ਜਾਂਚ ਕਰਨੀ ਸੌਖੀ ਹੋ ਜਾਵੇ, ਉਹ ਦੋਨੇ ਮਤੇ ਸ਼੍ਰੋਮਣੀ ਕਮੇਟੀ ਦੇ ਪਾਏ ਨੇ। ਕੀ ਉਹ ਦੋਨੇ ਮਤੇ ਰੱਦ ਕੀਤੇ ਜਾ ਸਕਦੇ ਨੇ? ਜਿਹੜੇ ਮਤੇ ਜਾਂ ਜਿਹੜੇ ਕਮਿਸ਼ਨ ਨੇ ਇਸ ਬਰਗਾੜੀ ਨੂੰ ਜਾਂ ਬਹਿਬਲ ਕਲਾਂ ਗੋਲੀ ਕਾਂਡ ਨੂੰ ਜਾਂਚ ਦੇ ਵਿੱਚ ਤੇਜ਼ੀ ਲਿਆਉਣ ਲਈ ਸਹਾਈ ਹੋਣਾ ਸੀ। ਸ਼੍ਰੋਮਣੀ ਕਮੇਟੀ ਨੇ ਬਰਗਾੜੀ ਕਾਂਡ ਜਾਂ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਕੋਈ ਵੀ ਸਹਿਯੋਗ ਕਦੇ ਨਹੀਂ ਦਿੱਤਾ। ਲੇਕਿਨ ਹੁਣ ਸਵਾਲ ਫਿਰ ਉੱਥੇ ਆ ਕੇ ਖਲੋ ਗਿਆ ਕਿ ਜਦੋਂ ਪਤਾ ਲੱਗ ਰਿਹਾ ਕਿ ਅਸੀਂ ਇਕੱਲੇ ਹਾਂ, ਜਿਨ੍ਹਾਂ ਦੇ ਨਾਲ 40 ਸਾਲ ਰਲ ਕੇ ਸੱਤਾ ਭੋਗੀ, ਸਭ ਕੁਝ ਕੀਤਾ, ਆਪਣੇ ਸਿਧਾਂਤਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਹਰ ਕੋਸ਼ਿਸ਼ ਨੂੰ ਪ੍ਰਵਾਨ ਵੀ ਕੀਤਾ, ਪੂਰੀ ਕੌਮ ਇੱਕ ਪਾਸੇ ਤੇ ਅਸੀਂ ਇੱਕ ਪਾਸੇ ਰਹੇ। ਲੇਕਿਨ ਜਦੋਂ ਸਰਦਾਰ ਸਾਹਿਬ, ਮੰਨ ਲਓ ਸਾਡੇ ਸਿੱਖਾਂ 'ਚ ਇੱਕ ਹੋਰ ਬੜੀ ਮਾੜੀ ਪਰੰਪਰਾ ਹੈ, ਜੇ ਮੰਨ ਲਓ ਕੋਈ ਦੇਰ ਸਵੇਰ ਵੀ ਕੁਝ ਚੰਗਾ ਵਾਪਰ ਰਿਹਾ ਹੋਵੇ, 0.% ਹੀ ਲਾ ਲਓ, ਪਰ ਗੱਲ ਇਹ ਨਾ, ਮੈਂ ਇਹ ਕਹਿਣਾ ਹੈ ਕਿ ਜੇ ਕਿਧਰੇ ਕੁਝ ਥੋੜਾ ਬਹੁਤਾ ਵੀ ਚੰਗਾ ਵਾਪਰਿਆ ਹੋਵੇ, ਭਾਵੇਂ ਦੇਰ ਨਾਲ ਹੀ ਹੋਵੇ, ਉਹਨਾਂ ਕਦੇ ਸਵੀਕਾਰ ਕਰ ਲਈਏ। ਮੈਂ ਇਹ ਕਹਿਣਾ, ਇਹ ਜ਼ਰੂਰ ਹੈ, ਮੈਂ ਇਹ ਕਹਿਣਾ, ਮੰਨ ਲਓ ਤੁਸੀਂ ਜਿਹੜੀਆਂ ਸਾਰੀਆਂ ਜਾਇਜ਼ ਨੇ, ਹਮੇਸ਼ਾ ਇਹੀ ਕਹਿੰਦੇ ਨੇ ਕਿ 2 ਚੀਜ਼ਾਂ ਨੇ। ਤੁਹਾਡੀ ਨੀਤੀ ਜਿਹੜੀ ਆ ਉਹ ਤੇ ਬੜੀ ਸਾਫ਼ ਆ, ਸਪਸ਼ਟ ਆ, ਨੀਤੀ ਤੁਸੀਂ ਦੱਸਤੀ, ਬਾਕੀ ਬਚੀ ਤੁਹਾਡੀ ਨੀਅਤ। ਕਿੰਨਾ ਚਿਰ ਜੀ ਇਹ ਲਗਾਤਾਰ ਇਹੀ ਸੀ ਕਿ ਸਾਰਾ ਜਿੰਨੇ ਗੁਰਧਾਮਾਂ ਦੀ ਸੇਵਾ ਸਾਰੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਕੋ ਕਰਵਾਈ ਜਾਂਦੀ ਸੀ ਜੀ। ਫਿਰ ਇੱਕ ਐਸਾ ਮੌਕਾ ਆਇਆ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਮਝਾਇਆ ਗਿਆ ਕਿ ਜਿੰਨੀ ਕਾਰ ਸੇਵਾ ਅਸੀਂ ਕਰਾਈ ਆ, ਇਹਦੇ ਬਾਰੇ ਅਸੀਂ ਹੁਣ ਤੱਕ ਕੁਝ ਸਾਲਾਂ ਦਾ ਵੇਰਵਾ ਦਿੱਤਾ ਗਿਆ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਮੌਕੇ ਤੇ ਕਿ 300 ਕਰੋੜ ਦੇ ਕਰੀਬ ਤੇ ਅਸੀਂ ਸਰੀਆ, ਰੇਤ, ਬਜਰੀ ਜਾਂ ਸੀਮਟ ਵਗੈਰਾ ਕਾਰ ਸੇਵਾ ਵਾਲੇ ਬਾਬਿਆਂ ਨੂੰ ਦਿੱਤਾ।
ਤੇ ਜੇ ਕਿਤੇ ਇਹੋ ਠੇਕੇ ਤੇ ਕੰਮ ਦਿੱਤਾ ਹੁੰਦਾ, ਇੰਨੇ 'ਚ ਕੰਮ ਹੋ ਜਾਣਾ ਸੀ। ਨਾ ਜੀ ਨਾ। ਫਿਰ ਹੁਣ ਕਿਹਾ ਜੀ 20% ਹੁੰਦਾ ਠੇਕੇਦਾਰੀ ਦਾ, ਤੇ ਉਹ ਆਮਦਨ ਤੇ ਸਾਡੀ ਹੋ ਜਾਣੀ ਸੀ। ਫਿਰ ਦਿਨ ਚੜ੍ਹਦੇ ਨੂੰ ਸਾਰੇ ਹੀ ਕਰ ਜਿੰਨੇ ਵੀ ਸੀ ਠੇਕੇ ਤੇ ਕਰਵਾਏ ਗਏ। ਅੱਜ ਅਗਰ ਬੀਬੀ ਜਗੀਰ ਕੌਰ ਵਾਕਿਆ ਹੀ ਸਿੰਸੀਅਰਲੀ ਤੁਰ ਪਏ ਨੇ, ਤੇ ਸਾਰਾ ਗੜੀ ਸਰਾਂ ਜਿਹੜੀ ਆ ਉਹ ਨਿਸ਼ਾਨੇ ਤੇ ਆ। ਹਰ ਜਿਹੜਾ ਵੀ ਕੋਈ ਉੱਠਦਾ ਉਹ ਕਹਿੰਦਾ ਸਾਰਾ ਗੜੀ ਸਰਾਂ, ਪਹਿਲਾ ਬਜਟ ਇੰਨਾ, ਸਿਖਰ ਤੇ ਇੰਨਾ। ਕਹਿੰਦੇ ਨੇ ਸ਼ਰਮ, ਕਹਿੰਦੇ ਨੇ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਜਿਹੜੀ ਵਧਾਈ ਆ ਉਹਦਾ ਕਿਹੜਾ ਮੁੱਦਾ ਆ, ਕਿਹਨੂੰ ਹੱਥ ਪਾਓਗੇ, ਕਿਹਨੂੰ ਹੱਥ ਪਾਓਗੇ ਜੀ। ਆ ਇੱਕ ਤੁਹਾਡੇ ਕੋਲ 328 ਸਰੂਪਾਂ ਦਾ ਮਸਲਾ ਆਇਆ ਸੀ ਜੀ ਜੀ, 7.5 ਕਰੋੜ ਦੀ ਵਸੂਲੀ ਕੀਤੀ ਜਾਣੀ ਸੀ ਉਸ ਚਾਰਟਰਡ ਅਕਾਊਂਟੈਂਟ ਕੋਲੋਂ, ਜਿਸ ਚਾਰਟਰਡ ਅਕਾਊਂਟੈਂਟ ਨੇ 10 ਸਾਲਾਂ ਦੌਰਾਨ ਆਪਣਾ ਕੰਮ ਨਹੀਂ ਕੀਤਾ। ਅਕਾਲ ਤਖਤ ਦਾ ਆਦੇਸ਼, ਅਕਾਲ ਤਖਤ ਦਾ ਆਦੇਸ਼ ਹੈ ਕਿ ਉਹ 7.5 ਕਰੋੜ ਵਾਪਸ ਆ ਗਿਆ। ਜਦੋਂ ਅਸੀਂ ਕਿਹਾ ਕਿ ਸਾਨੂੰ ਬੜਾ ਦੁੱਖ ਹੈ ਕਿ ਅਸੀਂ ਸਾਡਾ ਬਜਟ ਜਿਹੜਾ ਆਮਦਨ 40 ਕਰੋੜ 66 ਲੱਖ ਘੱਟ ਹੋਏਗੀ, ਤੇ ਜੇ ਉਹ 7.5 ਕਰੋੜ ਸਾਡੇ ਕੋਲ ਹੁੰਦਾ ਤੇ ਫਿਰ ਅਸੀਂ ਕਹਿੰਦੇ ਕਿ ਹਾਂ ਇੰਨਾ ਸੀ, 40 ਕਰੋੜ ਦਾ ਸੀ, ਲੇਕਿਨ 7.5 ਕਰੋੜ ਸਾਡੇ ਕੋਲ ਆ ਗਿਆ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਕਿਧਰੇ ਵੀ ਕੋਈ ਬੇਨਿਯਮੀਆਂ ਹੁੰਦੀਆਂ ਉਸ ਮੌਕੇ ਜਿਹੜੇ ਵੀ ਲੋਕ ਜ਼ਿੰਮੇਵਾਰ ਹੈ, ਖਾਸ ਤੌਰ ਤੇ ਧਾਰਮਿਕ ਸੰਸਥਾਵਾਂ ਦੇ ਵਿੱਚ, ਉਹਨਾਂ ਨੂੰ ਕਟਹਿਰੇ 'ਚ ਖੜੇ ਕਰਨਾ ਚਾਹੀਦਾ। ਜਿਹੜੇ ਸਵਾਲ ਸਰਦਾਰ ਸਾਹਿਬ ਉਠਾ ਰਹੇ ਨੇ, ਇਹ ਸੱਚਮੁੱਚ ਮੌਕਾ ਬ ਮੌਕਾ ਲੋਕਾਂ ਨੇ ਉਠਾਏ ਨੇ ਔਰ ਉਹ ਧੂੜ 'ਚ ਰੁਲ ਗਏ, ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ। ਅੱਜ ਜੇਕਰ ਮੌਜੂਦਾ ਪ੍ਰਧਾਨ ਸੁਹਿਰਦ ਨੇ ਤੇ ਉਹਨਾਂ ਨੂੰ ਜਿੰਨੇ ਵੀ ਇਸ ਤਰ੍ਹਾਂ ਦੇ ਵਿਸ਼ੇ ਨੇ ਉਹਨਾਂ ਨੂੰ ਜ਼ਰੂਰ ਹੱਥ 'ਚ ਲੈਣਾ ਚਾਹੀਦਾ। ਲੇਕਿਨ ਇੱਕ ਚੀਜ਼ ਜਿਹੜੀ ਖਾਸ ਤੌਰ ਤੇ ਉਹਨਾਂ ਜਿਹੜੇ ਇੰਟੈਲੈਕਚੁਅਲਸ ਨੇ ਜਾਂ ਜਿਹੜੇ ਇਸ ਖੇਤਰ ਨਾਲ ਜੁੜੇ ਆ, ਰਿਸਰਚ ਕਰਦੇ, ਖੋਜ ਕਰਦੇ ਆ ਇਹਨਾਂ ਸੰਸਥਾਵਾਂ ਦੀ, ਉਹਨਾਂ ਦਾ ਇਹ ਮੰਨਣਾ ਹੈ ਕਿ ਡਾਇਲੌਗ ਬਣਿਆ ਰਹਿਣਾ ਚਾਹੀਦਾ। ਬੇਸ਼ੱਕ ਉਹ ਸਰਕਾਰਾਂ 'ਚ ਹੋਵੇ, ਧਿਰਾਂ 'ਚ ਹੋਵੇ, ਇਹ ਭਾਵੇਂ ਧਾਰਮਿਕ ਧਿਰਾਂ ਹੀ ਹੋਣ। ਸੋ RSS ਨਾਲ ਤੇ ਖਾਸ ਤੌਰ ਤੇ ਇੱਕ ਨਵਾਂ ਜਿਹੜਾ ਮੁੱਦਾ ਉੱਠ ਰਿਹਾ, ਜਿਹੜਾ RP ਸਿੰਘ ਨੇ ਉਠਾਇਆ ਕਿ ਕ੍ਰਿਸਚੈਨਿਟੀ ਨਾਲ ਸੰਬੰਧਿਤ ਕੁਝ ਕ੍ਰਿਸਚਨ ਸੰਸਥਾਵਾਂ ਵੀ ਪਿੰਡਾਂ ਦੇ ਵਿੱਚ ਧਰਮ ਤਬਦੀਲ ਕਰਵਾਉਣ 'ਚ ਜ਼ਿੰਮੇਵਾਰ ਆ। ਜੇਕਰ ਸਮੁੱਚੇ ਰੂਪ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਕੋਈ ਬਹਿਸ ਹੁੰਦੀ ਜਾਂ ਤੱਥ ਇਕੱਠੇ ਕੀਤੇ ਜਾਂਦੇ। RP ਸਿੰਘ ਹੋਰਾਂ ਨੂੰ ਮੈਂ ਇੱਕ ਸਵਾਲ ਕਰ ਰਿਹਾ ਕਿ RP ਸਿੰਘ ਜੀ, ਅੰਮ੍ਰਿਤਸਰ ਦੇ ਵਿੱਚ ਟੌਪ ਦੇ ਕ੍ਰਿਸਚੀਅਨ ਸਕੂਲ ਨੇ, ਅਲੈਗਜ਼ੈਂਡਰਾ, ਹੋਲੀ ਹਾਰਟ, ਦੱਸ ਸਕਦੇ ਹੋ ਕਿ ਕੀ ਉਹਨਾਂ ਸਕੂਲਾਂ ਦੇ ਵਿੱਚ ਤੁਹਾਡੇ ਭਾਜਪਾ ਦੇ ਆਗੂਆਂ ਦੇ ਬੱਚੇ ਨਹੀਂ ਪੜ੍ਹ ਰਹੇ? ਨਹੀਂ ਸਰਦਾਰ ਸਾਹਿਬ, ਮੇਰੀ ਗੱਲ ਤੁਸੀਂ ਟਰੈਕ ਤੋਂ ਨਹੀਂ ਸਰਦਾਰ ਸਾਹਿਬ, ਕੋਈ ਇਸ ਤਰ੍ਹਾਂ ਧਰਮ ਨਹੀਂ ਬਦਲਿਆ ਜਾਂਦਾ। ਨਹੀਂ ਸਰਦਾਰ ਸਾਹਿਬ, ਤੁਸੀਂ ਟਰੈਕ ਤੋਂ ਉਤਰ ਰਹੇ ਹੋ। ਮੈਂ ਤੁਹਾਡੀ ਇਸ ਗੱਲ ਨੂੰ ਬਿਲਕੁਲ ਤਵੱਜੋ ਨਹੀਂ ਦਿੰਦਾ। ਬੱਚੇ ਦੇਖੋ, ਬੱਚੇ DAV ਸੰਸਥਾਵਾਂ 'ਚ ਵੀ ਨੇ, ਬੱਚੇ ਹਰਕ੍ਰਿਸ਼ਨ ਸਕੂਲਾਂ 'ਚ ਵੀ ਨੇ। ਕੁਝ ਨਹੀਂ ਹੋ ਰਿਹਾ। ਨਹੀਂ, ਮੇਰਾ ਕਹਿਣ ਦਾ ਮਤਲਬ ਸਿਰਫ ਇਹ ਹੈ, ਬੱਚੇ ਹਰਕ੍ਰਿਸ਼ਨ ਸੰਸਥਾਵਾਂ 'ਚ ਵੀ ਨੇ, ਬੱਚੇ ਸ਼੍ਰੋਮਣੀ ਕਮੇਟੀ ਦੇ ਸਕੂਲਸ ਦੇ ਵਿੱਚ ਵੀ ਹੈ। ਨਹੀਂ ਬਦਲਿਆ ਜਾਂਦਾ। ਮੈਂ ਸਕੂਲੀ ਐਜੂਕੇਸ਼ਨ ਦਾ ਮਤਲਬ ਜਿਹੜਾ ਉਹਨੂੰ ਹੋਰ ਤਰ੍ਹਾਂ ਲੈਂਦਾ ਨਹੀਂ। ਪਰ ਸਰਦਾਰ ਜੀ, ਇੱਕ ਗੱਲ ਥੋੜਾ ਬ੍ਰੌਡਰ ਪਰਸਪੈਕਟਿਵਸ ਦੇ ਵਿੱਚ ਜਾਓ ਕਿ ਜਦੋਂ ਕੋਈ ਬੱਚਾ ਸਕੂਲ ਭੇਜਿਆ ਜਾਂਦਾ, ਮਾਪਿਆਂ ਦੀ ਪਹਿਲੀ ਇੱਛਾ ਹੁੰਦੀ ਕਿ ਸਕੂਲ 'ਚ ਪੜ੍ਹਾਈ ਦੇ ਮਿਆਰ ਨੂੰ ਵੇਖਣ। ਲੇਕਿਨ ਜੇਕਰ ਕਿਸੇ ਦਾ ਲੁਕਵਾਂ ਏਜੰਡਾ ਹੈ ਕਿ ਉਹ ਵੱਖ-ਵੱਖ ਧਰਮਾਂ ਦੇ ਬੱਚਿਆਂ ਨੂੰ, ਉਹ ਤੇ ਮੰਨਦੇ ਨਹੀਂ, ਲੁਕਵਾਂ ਏਜੰਡੇ ਨੂੰ ਕੋਈ ਪ੍ਰਵਾਨ ਨਹੀਂ ਕਰਦਾ। ਸਰਦਾਰ ਸਾਹਿਬ, ਵੱਖ-ਵੱਖ ਧਰਮਾਂ ਦੇ ਬੱਚਿਆਂ ਨੂੰ ਜੇ ਕੋਈ ਸਕੂਲ ਚਲਾਉਣ ਵਾਲਾ ਆਪਣਾ ਏਜੰਡਾ, ਗੁਪਤ ਏਜੰਡਾ ਲਾਗੂ ਕਰਨਾ ਚਾਹੁੰਦਾ, ਉਹਦੀ ਗਲਤੀ ਹੈ। ਮੇਰਾ ਕਹਿਣ ਦਾ ਮਤਲਬ ਅਸੀਂ ਸੰਕੀਰਨਤਾ ਛੱਡੀਏ, ਲੇਕਿਨ ਕੁਝ ਇੱਕ ਗੱਲਾਂ ਐਸੀਆਂ ਵੀ ਹੋਈਆਂ ਕਿ ਛੋਟੇ-ਮੋਟੇ ਲਾਲਚਾਂ ਕਰਕੇ ਪਿੰਡ ਪੱਧਰ ਦੇ ਉੱਤੇ ਇਹ ਰੌਲਾ ਪੈਂਦਾ ਰਿਹਾ। ਲੇਕਿਨ ਮੈਂ ਜਿਹੜੀ ਗੱਲ ਕਰਨ ਲੱਗਿਆ ਸੀਗਾ ਉਹ ਇਹ ਆ ਕਿ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਨੂੰ ਵੀ ਚਾਹੀਦਾ ਕਿ ਉਹ ਸਬੂਤ ਇਕੱਠੇ ਕਰੇ, ਕਿੱਥੇ RSS ਨੇ ਧਰਮ ਤਬਦੀਲ ਕਰਵਾਇਆ, ਕਿੱਥੇ ਕਿਸੇ ਹੋਰ ਕ੍ਰਿਸਚਨ ਨੇ ਕਰਾਇਆ, ਕਿੱਥੇ ਸਿੱਖਾਂ ਨੇ ਵੀ ਦੂਜਾ ਧਰਮ ਤਬਦੀਲ ਕਰਾਇਆ। ਇਹ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਕਿ ਕਿਹਨੇ ਗਲਤੀ ਕੀਤੀ, ਕਿਹਨੂੰ ਰਾਈਟ ਆ। ਅੰਕੜੇ ਕਿਸੇ ਕੋਲ ਨਹੀਂ ਆ। ਇੱਕ ਅੰਕੜੇ ਅੱਜ ਦੀ ਜਗ ਬਣੀ ਅਖਬਾਰ ਦੇ ਵਿੱਚ ਕੁਝ ਹਵਾਲੇ ਦਿੱਤੇ ਗਏ ਨੇ ਜੀ ਕਿ ਪਿਛਲੇ 2011 ਦੀ ਮਰਦਮਸ਼ੁਮਾਰੀ ਦੇ ਵਿੱਚ ਇੰਨੇ ਲੋਕ ਜਿਹੜੇ ਸਨ, ਜਿਹੜੇ ਜਿਨ੍ਹਾਂ ਧਰਮ ਤਬਦੀਲ ਕੀਤਾ, 2021 ਚਿਰ ਤੋਂ ਵੱਧ ਅੰਕੜੇ ਹੋਣਗੇ ਜੀ। ਲੇਕਿਨ ਉਹ ਅੰਕੜੇ ਜਿਹੜੇ ਨੇ ਕਿੱਥੇ ਪੁੱਗਦੇ ਨੇ। ਲੇਕਿਨ ਜਿਹੜਾ ਅੰਕੜਾ ਵਾਕਿਆ ਹੀ ਚੁਕਾ ਦੇਣ ਵਾਲਾ, ਉਹ ਮੈਂ RP ਸਿੰਘ ਨੂੰ ਦੇ ਰਿਹਾ। 2011 ਦੀ ਸ਼੍ਰੋਮਣੀ ਕਮੇਟੀ ਚੋਣ ਅਜਨਾਲਾ ਹਲਕੇ ਦੇ ਵਿੱਚ ਅਕਾਲੀ ਦਲ ਨੇ ਵੋਟਾਂ ਬਣਾਈਆਂ ਜੀ। ਸਿੱਖਾਂ ਦੀਆਂ ਵੋਟਾਂ ਬਣਨੀਆਂ ਚਾਹੀਦੀਆਂ ਸੀ, ਲੇਕਿਨ ਵੋਟਾਂ 'ਚ ਕੀ ਹੋਇਆ ਕਿ ਜਿਹੜੇ ਪਿੰਡਾਂ ਦੇ ਈਸਾਈ ਸੀ, ਪਿੰਡਾਂ 'ਚ ਲੋਕਾਂ ਨੂੰ ਪਤਾ ਹੁੰਦਾ ਵੀ ਇਹ ਈਸਾਈ ਹੈ, ਉਹਨਾਂ ਦੇ ਨਾਂ ਦੇ ਮਗਰ ਸਿੰਘ ਲਗਾ ਕੇ ਵੋਟਾਂ ਤਿਆਰ ਹੋ ਗਈਆਂ। ਤੁਹਾਡੇ ਕੋਲ ਇਹਦੇ ਸਬੂਤ ਹੈਗੇ? ਬਿਲਕੁਲ, ਕਿਉਂਕਿ ਅਸੀਂ ਮੰਚ ਤੋਂ ਕੋਈ ਐਸੀ ਗੱਲ ਨਹੀਂ ਕਰੀਏ। ਉਹੀ ਦੇਣ ਲੱਗਾ ਨਾ ਜੀ। ਉਸ ਤੋਂ ਬਾਅਦ
ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਬਕਾਇਦਾ ਉਹਦੀ ਸ਼ਿਕਾਇਤ ਇਲੈਕਸ਼ਨ ਗੁਰਦੁਆਰਾ ਕਮਿਸ਼ਨ ਨੂੰ ਕੀਤੀ ਨਾ ਜੀ ਨਾ, ਇਲੈਕਸ਼ਨ ਜਿਹੜੇ ਇੰਚਾਰਜ ਜਿਹੜਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਕੀਤੀ। ਓਕੇ ਜਾਂਚ ਹੋਈ, ਜਾਂਚ ਸਹੀ ਪਾਈ ਗਈ ਕਿ ਵਾਕਿਆ ਹੀ ਵੋਟਾਂ ਜਿਹੜੀਆਂ ਨੇ ਗਲਤ ਨੇ, ਸਿੱਖਾਂ ਦੀਆਂ ਨਹੀਂ ਹੈ ਜੀ। ਫਿਰ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਦੁਬਾਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਕਿਹਾ ਕਿ ਇਹ ਵੋਟਾਂ ਰੱਦ ਕੀਤੀਆਂ ਜਾਣ। ਜਿਹੜਾ ਜਵਾਬ ਮਿਲਿਆ ਬੜਾ ਇੰਟਰਸਟਿੰਗ ਜਵਾਬ ਸੀ। ਅੱਛਾ, ਅਜੇ ਤੱਕ ਲਿਖਤੀ ਜਵਾਬ ਮੇਰੇ ਕੋਲ ਵੀ ਪਿਆ ਜੀ। ਜਵਾਬ ਇਹ ਸੀ ਕਿ ਹੁਣ ਚੋਣ ਪ੍ਰਕਿਰਿਆ ਜਿਸ ਮੁਕਾਮ ਤੱਕ ਪੁੱਜ ਗਈ, ਸਾਡੇ ਕੋਲ ਐਸਾ ਕੋਈ ਵਿਧਾਨ ਨਹੀਂ ਹੈ ਕਿ ਰੱਦ ਕਰ ਸਕੀਏ, ਕਿ ਅਸੀਂ ਰੱਦ ਕਰ ਸਕੀਏ। ਤੇ ਫਿਰ ਉਹਨਾਂ ਨਾਲ ਹੀ ਵੋਟ ਪਈ, ਉਹਨਾਂ ਨਾਲ ਵੋਟਾਂ ਪਈਆਂ। ਹਾਂ, ਹੁਣ ਇਹ ਦੱਸ ਦੇਣ ਕਿ ਉਹ ਵੋਟਾਂ ਕਿਹਨਾਂ ਨੇ ਬਣਵਾਈਆਂ ਸਨ। ਇਹ ਉਹਨੂੰ ਆਰਪੀ ਸਿੰਘ ਹੋਰਾਂ ਕੋਲ, ਤੇ ਕਿਉਂਕਿ ਇਸ ਵੇਲੇ ਸੱਤਾਧਾਰੀ ਤੇ ਰਿਹਾ, ਕਢਵਾ ਸਕਦੇ ਨੇ ਦਸਤਾਵੇਜ਼। ਹੋ ਸਕਦਾ ਜਥੇਦਾਰ ਬਲਦੇਵ ਸਿੰਘ ਸਿਰਸਾ ਜਦੋਂ ਇਸ ਪ੍ਰੋਗਰਾਮ ਨੂੰ ਸੁਣ ਕੇ ਉਹ ਬਕਾਰਾ ਆਰਪੀ ਸਿੰਘ ਹੋਰਾਂ ਨੂੰ ਦਸਤਾਵੇਜ਼ ਭੇਜ ਦੇਣਗੇ ਜੀ, ਫਿਰ ਜਾਂਚ ਕਰਾਓ ਕਿ ਦੋਸ਼ੀ ਕੌਣ ਸਨ। ਲੇਕਿਨ ਉਦੋਂ ਵਾਰਾ ਖਾਂਦੇ ਸੀ, ਉਦੋਂ ਵਾਰਾ ਖਾਂਦੇ ਸਾਂ ਅਸੀਂ ਇੱਕ ਦੂਸਰੇ ਨੂੰ। ਸਵਾਲ ਸਿਰਫ ਇੰਨਾ ਕੁ ਰਹਿ ਗਿਆ, 40 ਸਾਲ ਜਦੋਂ ਸੱਤਾ ਭੋਗੀ ਆ ਤੇ ਉਸ ਵੇਲੇ ਸਿਧਾਂਤ ਕਿਸੇ ਨੇ ਨਹੀਂ ਵੇਖੇ, ਸਭ ਕੁਝ ਪ੍ਰਵਾਨ ਹੁੰਦਾ ਰਿਹਾ ਜੀ। ਉਸ ਵੇਲੇ ਸਭ ਕੁਝ ਪ੍ਰਵਾਨ ਸੀ। ਲੇਕਿਨ ਹੁਣ ਜੋ ਹਾਲਾਤ ਬਣ ਚੁੱਕੇ ਨੇ ਜੀ ਕਿ ਇੱਕ ਥੋੜੀ ਜਿਹੀ ਦੂਰੀ ਬਣ ਗਈ ਆ, ਲੇਕਿਨ ਉਹ ਦੂਰੀ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਆ ਕਿ ਜਿਹੜਾ ਤਾਕਤਵਰ ਉਹ ਕਹਿੰਦਾ ਤੇਰਾ ਕੀ ਹੈ, ਤੂੰ ਛੱਡ, ਤੂੰ ਹੁਣ ਛੋਟਾ ਹੋ ਗਿਆ। ਸਵਾਲ ਸਿਰਫ ਇੰਨਾ ਕੁ ਰਹਿ ਗਿਆ। ਇਹ ਗੱਲਾਂ ਉਹ ਨੇ ਜਿਹੜੀਆਂ ਗੱਲਾਂ ਸੱਚਮੁੱਚ ਥੋੜਾ ਜਿਹਾ ਨੀਝ ਨਾਲ ਦੇਖਿਆ ਲੱਭਦੀਆਂ, ਲੇਕਿਨ ਫਿਰ ਵੀ ਕੁੱਲ ਮਿਲਾ ਕੇ ਜਿਹੜੇ ਖਾਸ ਤੌਰ ਤੇ ਭਾਰਤ ਵਰਗੇ ਦੇਸ਼ ਦੀ ਆਪਣੀ ਇੱਕ ਕਲਚਰ ਹੈ ਕਿ ਅਸੀਂ ਵੱਖ-ਵੱਖ ਤਰ੍ਹਾਂ ਦੇ ਰਹਿੰਦਿਆਂ ਵੀ ਆਜ਼ਾਦੀ ਸੋਚਦੇ ਹਾਂ। ਹਾਲਾਂਕਿ ਸਾਨੂੰ ਸਾਰਿਆਂ ਨੂੰ ਵਿਅੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਆਜ਼ਾਦੀ ਹੋ ਕੇ ਵੀ ਆਜ਼ਾਦੀ ਕਿਤੇ ਨਹੀਂ ਵੀ ਮਿਲਦੀ। ਸੋ ਅਸੀਂ ਬਹੁਤ ਸਾਰੀ ਜਗ੍ਹਾ ਤੇ ਪੱਖਪਾਤ ਦਾ ਸ਼ਿਕਾਰ ਹੁੰਦੇ ਹਾਂ। ਬੜੇ ਸਾਰੇ ਲੋਕਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਆਪਣੇ ਕਕਾਰ ਲੈ ਕੇ ਚੱਲਣ ਲੱਗਿਆ ਮੁਸ਼ਕਲ ਪੇਸ਼ ਆਈ। ਅਜੇ ਵੀ ਹਵਾਈ ਅੱਡਿਆਂ ਤੇ ਮੁਸ਼ਕਲ ਆ ਜਾਂਦੀ ਹੈ, ਡੋਮੈਸਟਿਕ ਦੇ ਵਿੱਚ ਕਹਿੰਦੇ ਜੀ। ਜਿਹੜੀ ਤੁਹਾਡੀ ਰਿਪੋਰਟ ਅੱਜ ਜੀ, ਇਹ ਰਿਪੋਰਟ ਜਿਹੜੀ ਆ ਕੇਂਦਰੀ ਗ੍ਰਹਿ ਮੰਤਰਾਲੇ ਦਾ ਜਿਹੜਾ ਮੁੱਖ ਸਕੱਤਰ ਨੂੰ ਗੁਪਤ ਪੱਤਰ ਹੈ, ਇਹ ਖਬਰ ਪੜ੍ਹ ਕੇ ਬੜਾ ਚੁਕੰਨਾ ਹੋਣਾ ਪੈਂਦਾ ਜੀ ਕਿ ਬਾਰਡਰ ਸਿਕਿਉਰਿਟੀ ਫੋਰਸ ਹੋਮ ਮਿਨਿਸਟਰੀ ਨੂੰ ਚਿੱਠੀ ਲਿਖਦੀ ਆ ਕਿ ਅਸੀਂ ਬੀਤੇ ਸਮੇਂ ਦੇ ਵਿੱਚ ਜਿਹੜਾ ਵੀ ਅਸਲਾ ਜਾਂ ਦੂਸਰੇ ਕੋਈ ਨਸ਼ੇ ਵਗੈਰਾ ਫੜੇ ਨੇ, ਉਹਨਾਂ ਦੇ ਜਿਹੜੇ ਕੋਰੀਅਰ ਨੇ, ਜਿਹਨਾਂ ਨੂੰ ਸਾਡੀ ਭਾਸ਼ਾ 'ਚ ਪਾਂਡੀ ਕਹਿੰਦੇ ਨੇ, ਪਾਂਡੀ ਜਿਹੜੇ ਨੇ ਉਹ ਵਿਚਾਰੇ ਮਾਨਸਿਕ ਤੌਰ ਤੇ ਬਿਮਾਰ ਜਿਹੇ ਲੋਕ ਨੇ, ਬੜੀ ਤੰਗੀ ਤੋਸ਼ੀ 'ਚ ਹੈ। ਲੇਕਿਨ ਉਹਦੇ 'ਚ ਇੱਕ ਲਾਈਨ ਬੜੀ ਪੁਖਤਾ ਨਾਲ ਹੈ ਕਿ ਇਹ ਲੋਕ ਕਿਸਾਨਾਂ ਨਾਲ ਬੰਦੀ ਮਜ਼ਦੂਰੀ ਕਰ ਰਹੇ ਨੇ, ਮਤਲਬ ਕਿਸਾਨਾਂ ਨੇ ਇਹਨਾਂ ਦਾ ਸ਼ੋਸ਼ਣ ਕੀਤਾ। ਹੁਣ ਸਵਾਲ ਇਹ ਆ ਕਿ ਇੰਨਾ ਚਿਰ ਭੱਠਿਆਂ ਤੇ ਬੰਦੀ ਮਜ਼ਦੂਰਾਂ ਦੀ ਗੱਲ ਤੁਰੀ ਆ, ਆਉਂਦੀ ਰਹੀ, ਖਬਰ ਆਉਂਦੀ ਰਹੀ। ਬਕਾਇਦਾ ਇੱਕ ਸ਼ਖਸ ਨੇ, ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ, ਉਹਨਾਂ ਨੇ ਬੜੀ ਇੱਕ ਲੰਬੀ ਜਦੋਜਹਿਦ ਕੀਤੀ। ਲੇਕਿਨ ਸਵਾਲ ਇਹ ਆ ਕਿ ਕਿਸੇ ਵੀ ਕਿਰਤ ਮਹਿਕਮੇ ਨੂੰ, ਕਿਰਤ ਤੇ ਰੋਜ਼ਗਾਰ ਮਹਿਕਮਾ ਹਰ ਜ਼ਿਲ੍ਹੇ 'ਚ ਬੈਠਾ, ਹੋਮ ਮਿਨਿਸਟਰੀ ਦੇ ਨੁਮਾਇੰਦੇ ਹਰ ਜਗ੍ਹਾ ਤੇ ਬੈਠੇ ਨੇ, ਕਿਸੇ ਨੂੰ ਨਹੀਂ ਪਤਾ ਲੱਗਾ ਕਿ ਇੱਥੇ ਸਾਰਾ ਕੋਈ ਬੰਦੀ ਮਜ਼ਦੂਰੀ ਹੁੰਦੀ, ਮਤਲਬ BSF ਨੂੰ ਪਤਾ ਲੱਗ ਗਿਆ, ਸਿਰਫ BSF ਨੂੰ ਪਤਾ ਲੱਗ ਗਿਆ। ਲੇਕਿਨ ਦੂਸਰੇ ਪਾਸੇ ਇਹ ਗੱਲ ਹਮੇਸ਼ਾ ਮੰਨੀ ਜਾਂਦੀ ਹੈ ਕਿ ਨਸ਼ੇ ਨੂੰ ਹਮੇਸ਼ਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਣ ਵਾਲਾ ਹੀ ਫੜਿਆ ਜਾਂਦਾ। ਵੱਡੇ ਮਗਰਮੱਛ ਫੜੇ ਨਹੀਂ, ਕਦੇ ਕਿਤਾਈ ਕੋਈ ਵੱਡਾ ਮਗਰਮੱਛ ਫੜਿਆ ਜਾਵੇ, ਤੇ ਫਿਰ ਪਤਾ ਲੱਗਦਾ ਓਹੋ ਇੱਥੇ ਤੇ ਪਾਂਡੀਆਂ ਦੀ ਲੋੜ ਹੀ ਨਹੀਂ ਸੀ, ਵਾਕਈ ਇੱਥੇ ਸਭ ਕੁਝ ਆਪਣਾ ਸੀ। ਲੇਕਿਨ ਸਵਾਲ ਇਹ ਆ ਕਿ ਜਦੋਂ ਕਿਸਾਨੀ ਸੰਘਰਸ਼ ਦੇ ਨਾਲ ਕੇਂਦਰ ਨੂੰ 2-4 ਹੋਣਾ ਪੈ ਰਿਹਾ, ਉਸ ਵੇਲੇ ਇਹੋ ਜਿਹੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਔਰ ਇੱਕ ਰਿਪੋਰਟ, ਇੱਕ ਗੱਲ ਤੁਸੀਂ ਕਰ ਰਹੇ ਸੀ, ਜਿਹੜੀ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੀ, ਬਿਲਕੁਲ ਜਿਹੜੀ ਇਹ 2 ਦਿਨ ਪਹਿਲਾਂ ਇੱਕ ਪੱਤਰ ਸੀਗਾ, ਔਰ ਇਹ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਲਈ ਸਭ ਤੋਂ ਵੱਡਾ ਸੰਕਟ ਵੀ ਹੈ ਕਿ ਉਧਰੋਂ ਫਸਲ ਦੀ ਖਰੀਦ ਹੈ, ਲੇਕਿਨ 10 ਤਰੀਕ ਤੋਂ ਹਰਿਆਣੇ ਦੇ ਵਿੱਚ 1 ਤੋਂ ਆ, ਇਹਨਾਂ ਨੇ 10 ਤੋਂ ਰੱਖ ਲਈ, ਲੇਕਿਨ 10 ਤੱਕ ਵੀ ਅਨਸਰਟਨਟੀ ਹੈ, ਅਨਿਸ਼ਚਿਤਤਾ ਹੈ ਕਿ ਖਰੀਦੀ ਕਿਵੇਂ ਜਾਣੀ। ਉਹ ਕਹਿੰਦੇ ਤੁਸੀਂ ਪੋਰਟਲ ਬਣਾਓ ਜਿਹਦੇ ਰਾਹੀਂ ਅਸੀਂ ਕਿਸਾਨਾਂ ਨੂੰ, ਔਰ ਕਿਸਾਨ ਆਪਣੇ ਆਪ ਨੂੰ ਰਜਿਸਟਰਡ ਕਰਨ। ਲੇਕਿਨ ਸਰਦਾਰ ਸਾਹਿਬ, ਇਹ ਬਹੁਤ ਵੱਡਾ ਸਵਾਲ ਆ ਕਿ ਪਿਊਸ਼ ਗੋਇਲ ਦਾ ਪੱਤਰ ਲੀਕ ਕਿਵੇਂ ਹੁੰਦਾ ਹੈ। ਮੁੱਖ ਮੰਤਰੀ ਕਹਿੰਦੇ ਆ ਕਿ ਇਹ ਪੱਤਰ ਲਿਖਦੇ ਆ, ਬਾਅਦ ਦੇ ਵਿੱਚ ਲੀਕ ਕਰ ਦਿੰਦੇ, ਜਾਂ ਮੁੱਖ ਮੰਤਰੀ ਦਾ ਦਫ਼ਤਰ ਕਹਿੰਦਾ। ਮੁੱਖ ਮੰਤਰੀ ਲਈ ਇਹ ਗਲੇ ਦੀ ਹੱਡੀ ਬਣ ਗਿਆ ਕੇਸ ਕਿ ਜਾਂ ਤਾਂ ਉਹ ਸੈਂਟਰ ਨਾਲ ਲੜਨ ਜਾਂ ਡੰਗ ਟਪਾਉਣ। ਡੰਗ ਟਪਾਇਆ ਨਹੀਂ ਜਾਣਾ ਕਿਉਂਕਿ ਖਰੀਦ ਸਿਰ ਤੇ ਆ ਗਈ। ਜੇ ਖਰੀਦ ਨਹੀਂ ਹੁੰਦੀ, ਮੰਡੀਆਂ 'ਚ ਅੰਬਾਰ ਲੱਗਦੇ ਆ, ਕੈਪਟਨ ਅਮਰਿੰਦਰ ਸਿੰਘ ਦਾ ਸਾਰਾ ਟਰੈਕ ਰਿਕਾਰਡ ਖਰਾਬ ਹੋ ਜਾਂਦਾ ਕਿ ਇਹ ਤੇ ਫਸਲ ਬੜੀ ਵਧੀਆ ਚੁੱਕ ਲੈਂਦੇ। ਇਸ ਵੇਲੇ ਉਹ ਹੁਣ ਨਾ ਜੀ ਕੰਡਾ ਫਸ ਗਿਆ, ਅੜ ਗਿਆ, ਕੁੰਡੀ ਅੜ ਗਈ ਆ, ਗਲੇ 'ਚ ਫਸ ਗਈ।
ਤੀਜਾ ਸਵਾਲ ਜਿਹੜਾ ਸਰਦਾਰ ਸਾਹਿਬ, ਕਿ ਇਸੇ ਦੌਰਾਨ ਇੱਕ ਈਡੀ ਬਣਾਤੀ ਗਈ ਮਾਈਨਿੰਗ ਲਈ, ਇਨਫੋਰਸਮੈਂਟ। ਇੱਕ ਤੁਸੀਂ ਨੁਕਤਾ ਹੋਰ ਉਠਾ ਰਹੇ ਸੀ ਕਿ ਕੇਂਦਰ ਕਹਿ ਰਿਹਾ ਕਿ ਅਸੀਂ ਸਿੱਧੀ ਅਦਾਇਗੀ ਕਰਨੀ ਹੈ, ਲੇਕਿਨ ਉਹਦੇ ਤਕਨੀਕੀ ਕਮੀਆਂ ਪੇਸ਼ੀਆਂ। ਦੇਖੋ ਸਰਦਾਰ ਸਾਹਿਬ, ਉਹ ਇੱਕ ਬੜਾ ਵੱਡਾ ਮਸਲਾ ਹੈ। ਜਦੋਂ ਤੁਸੀਂ ਕਹਿੰਦੇ ਹੋ, ਮੈਂ ਮੰਨ ਲਓ ਤੁਹਾਨੂੰ ਕਹਿਣਾ ਕਿ ਤੁਸੀਂ ਆਪਣੀ ਓਨਰਸ਼ਿਪ ਦੇ ਪੇਪਰ ਦਿਓ ਜੀ, ਜ਼ਮੀਨ ਤੁਹਾਡੇ ਨਾਮ ਆ, ਤੁਸੀਂ ਆਪਣੀ ਓਨਰਸ਼ਿਪ ਰਜਿਸਟਰਡ ਕਰਾ ਦਿਓ ਕਿ ਮੈਂ ਮਾਲਕ ਆ, ਤੇ ਤੁਹਾਡੇ ਨਾਂ ਤੇ ਪੇਮੈਂਟ ਹੋ ਜੂ। ਬਿਲਕੁਲ। ਤੇ ਮੰਨ ਲਓ ਜਿਹਨੇ ਠੇਕੇ ਤੇ ਲੈ ਕੇ ਵਾਹੀ ਆ, ਹਾਂ, ਜਿਹਨੇ ਠੇਕੇ ਤੇ ਲੈ ਕੇ ਵਾਹੀ ਆ, ਉਹ ਪੈਸੇ ਪਹਿਲਾਂ ਦੇ ਚੁੱਕਿਆ ਠੇਕੇ ਦੇ, ਲੇਕਿਨ ਹੁਣ ਫਸਲ ਦੇ ਪੈਸੇ ਫਿਰ ਜੇ ਉਸੇ ਨੂੰ ਦੇਣ ਦਾ ਜਿਹੜਾ ਮਾਲਕ ਹੈ, ਇਹ ਰੋਜ਼ ਲੜਾਈਆਂ ਹੋਣਗੀਆਂ। ਕਿੰਨੇ ਐਸੇ ਮਸਲੇ ਆ, ਮਜਾਰੇ ਵੀ ਨੇ, NRIs ਵੀ ਬੈਠੇ ਨੇ, ਆਪਣੇ ਵੀ ਇੱਥੇ ਕਈ ਤਰ੍ਹਾਂ ਦੇ ਲੋਕ ਖੇਤੀ ਕਰ ਰਹੇ ਆ, ਇੱਥੇ ਪੰਚਾਇਤੀ ਜ਼ਮੀਨਾਂ ਵੀ ਆ, ਕਈ ਕੁਛ ਹੈ। ਲੇਕਿਨ ਮੈਨੂੰ ਦੱਸੋ, ਸਵਾਲ ਫਿਰ ਉੱਥੇ ਆ ਗਿਆ ਕਿ ਜਿਹੜਾ ਨੁਕਤਾ ਕਿਸਾਨਾਂ ਨੇ, ਕਿਸਾਨ ਆਗੂਆਂ ਨੇ ਪਹਿਲੇ ਦਿਨ ਉਠਾਇਆ ਸੀ ਕਿ ਜਿਹੜੇ ਖੇਤੀ ਮੰਤਰੀ ਨੇ ਉਹਨਾਂ ਨੂੰ ਨਹੀਂ ਪਤਾ ਵੀ ਖੇਤੀ ਹੁੰਦੀ ਕਿੱਦਾਂ ਆ। ਇਹ ਤੇ ਸਦਾ ਹੀ ਹੁੰਦਾ ਹੈ। ਜੇ ਦੇਖੋ, ਜੇ ਕੇਂਦਰ ਨੂੰ ਹੀ ਨਹੀਂ ਪਤਾ ਕਿ ਉਹਦੇ ਦੇਸ਼ ਦੇ ਵਿੱਚ ਖੇਤੀ ਦਾ ਕੀ ਸਿਸਟਮ ਚੱਲ ਰਿਹਾ, ਅਜੇ ਤੱਕ ਅਣਜਾਣ ਨੇ, ਤੇ ਫਿਰ ਇਹ ਨਾ ਕਹਿਣ ਕਿ ਸਾਡੇ ਤੋਂ ਬਿਹਤਰ ਕੋਈ ਨਹੀਂ ਹੈ। ਨਹੀਂ ਦੇਖੋ, ਉਹ ਤਾਂ ਥਾਪੜਾ ਹੁੰਦਾ ਨਾ, ਟੈਗ ਹੁੰਦਾ। ਅੱਛਾ, ਤੁਸੀਂ ਵੀ ਲਾ ਲਓ, ਮੈਂ ਵੀ ਲਾ ਲੈਣਾ ਕਿ ਮੈਂ ਮਹਾਨ ਆ। ਇਹੀ ਮਹਾਨਤਾ ਦਾ ਜਿਹੜਾ ਅਸੀਂ ਗਲੇ 'ਚ ਪਾ ਲਿਆ ਨਾ, ਇਹਨੇ ਸਾਰੇ ਦੇਸ਼ ਦੇ ਵਿੱਚ ਪੰਗੇਬਾਜ਼ੀ ਕੀਤੀ ਹੋਈ। ਹੁਣ ਸਵਾਲ ਇਸ ਤੋਂ ਵੱਡਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਮੁਸ਼ਕਲ ਨਹੀਂ, 100 ਮੁਸ਼ਕਲ ਆ। ਸਿਰ ਤੇ ਇਲੈਕਸ਼ਨ ਆ ਗਈ, ਸਾਰੀਆਂ ਧਿਰਾਂ ਨੂੰ ਤਾਈਓ ਤੇ ਸਾਰਾ ਕੁਝ ਯਾਦ ਆਉਣ ਡਿਆ। ਹਾਂ, ਮਾਈਨਿੰਗ ਦਾ, ਹਾਂ ਮਾਈਨਿੰਗ ਦਾ ਹੁਣ ਇੱਕੋ ਨੁਕਤਾ ਰਹਿ ਗਿਆ ਸੀਗਾ, ਲੇਕਿਨ ਮੈਨੂੰ ਤੇ ਅਜੇ ਹੋਰ ਵੀ ਡਰ ਹੈ ਵੀ ਇਹ ਨਾ ਹੋਵੇ 1-2 ਦਿਨ ਤੱਕ ਕੋਈ ਈਡੀ ਕੇਬਲ ਮਾਫੀਆ ਦੇ ਉੱਤੇ ਵੀ ਆ ਜਾਵੇ, ਟਰਾਂਸਪੋਰਟ ਮਾਫੀਆ ਦੇ ਵੀ ਉੱਤੇ ਆ ਜਾਵੇ। ਸਰ 5-6 ਈਡੀਆਂ ਹੀ ਹੋ ਜਾਣੀਆਂ। ਮੈਂ ਕਿਹਾ ਸਰ 5 ਸਾਲ ਬੀਤ ਗਏ ਸੀ ਜੀ, ਆਪਾਂ ਜਿਹੜਾ ਜੋ ਕੁਝ ਕਹਿ ਕੇ ਆਏ ਸੀ ਕਰ ਤਾਂ ਸਕੇ ਨਹੀਂ ਜੀ। ਹੁਣ ਸਿਖਰਲਾ ਦਾ ਖੇਡੋ। ਦੇਖੋ, ਮੈਂ ADGP RN ਡੋਕੇ ਜਿਹੜੇ ਹੈਗੇ ਆ, ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ। SSP ਅੰਮ੍ਰਿਤਸਰ ਰਹੇ। ਹਾਂ, ਮੇਰੇ ਨਾਲ ਉਹਨਾਂ ਨੇ ਦੂਰਦਰਸ਼ਨ 'ਚ 1-2 ਵਾਰੀ ਸੰਗਤ ਕੀਤੀ ਆ ਪ੍ਰੋਗਰਾਮਸ ਤੇ। ਸਿਆਣੇ ਤੇ ਸੁਹਿਰਦ ਤੇ ਇਮਾਨਦਾਰ ਬੰਦੇ ਨੇ। ਹੁਣ ਮੈਨੂੰ ਅੱਜ ਕੱਲ ਪਤਾ ਨਹੀਂ, ਮੈਂ ਪਹਿਲੇ ਦੌਰ ਦੀਆਂ ਗੱਲਾਂ ਕਰਦਾ, ਇਹ ਸੁਭਾਅ ਹੁੰਦੇ। ਪਰ ਜੇਕਰ ਮੰਨ ਲਓ, ਜੇਕਰ ਤੁਰੰਤ ਐਕਸ਼ਨ ਹੁੰਦਾ ਹੈ, RN ਡੋਕੇ ਸਾਹਿਬ ਕੋਲ ਕਿਹੜੀ ਟੀਮ ਹੋਊਗੀ? ਕੀ ਉਹ ਟੀਮ ਫੀਲਡ 'ਚੋਂ ਨਹੀਂ ਲੈਣੀ? ਉਹਨਾਂ ਨਾਲ ਕੰਮ ਕਰਨ ਵਾਲੇ ਕੌਣ ਹੋਣਗੇ? ਪੂਰੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਨਜਾਇਜ਼ ਮਾਈਨਿੰਗ ਹੁੰਦੀ ਹੈ। ਇੱਕ ਤਾਂ ਇਹ ਵੀ ਰੌਲਾ ਪੈਂਦਾ ਰਿਹਾ ਕਿ ਰਾਤ ਦਾ ਕਰਫਿਊ ਲਾ ਦਿਓ, ਲੇਕਿਨ ਮਾਈਨਿੰਗ ਵਾਲੇ ਕਰਫਿਊ ਦੇ ਵਿੱਚ ਸੌਖੇ ਹੋ ਜਾਂਦੇ, ਸਗੋਂ ਕੋਈ ਵੇਂਦਾ ਹੀ ਨਹੀਂ। ਸੜਕਾਂ ਬੇਲੀਆਂ ਹੋ ਜਾਂਦੀਆਂ ਨਾ। ਆਹੋ, ਉਹ ਕਹਿੰਦੇ ਹੁੰਦੇ ਨਾ ਜੀ, ਉਹ ਆਪਣਾ ਵਿੱਚ ਮਿਰਜ਼ਾ ਯਾਰ ਫਿਰੇ, ਗਲੀਆਂ ਹੋ ਜਾਣ ਸੋਨੀਆਂ। ਲੇਕਿਨ ਸਵਾਲ ਇਹ ਨਹੀਂ ਹੈ, ਸਵਾਲ ਇਹ ਆ ਕਿ ਜਦੋਂ ਤੁਸੀਂ ਵਾਕਿਆ ਹੀ ਇਨਸਾਫ ਦੇਣ 'ਚ ਤੁਰੇ ਹੋ, ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਤੁਰੇ ਹੋ, ਤੇ ਫਿਰ ਘੱਟੋ ਘੱਟ ਤੁਹਾਡੇ ਸਾਧਨ ਜਿਹੜੇ ਨੇ ਉਹ ਤੇ ਸਾਫ਼ ਹੋਣ, ਤੁਹਾਡੀ ਨੀਤੀ ਜਿਹੜੀ ਆ ਉਹ ਤੇ ਸਪਸ਼ਟ ਤੁਸੀਂ ਦਸਤਾਵੇਜ਼ ਦਿਖਾ ਦਿਓਗੇ, ਲੇਕਿਨ ਨੀਅਤ ਤੋਂ ਮਾਰ ਨਾ ਵੱਜੀ। ਸਰਦਾਰ ਜੀ, ਜੇ ਨੀਅਤ ਹੋਵੇ ਨਾ ਜੀ, ਤੇ ਫਿਰ ਜਦਨ ਬੰਦਾ ਕੁਰਸੀ ਤੇ ਬਹਿੰਦਾ ਉਦੋਂ ਹੀ ਸ਼ੁਰੂ ਕਰ ਦਿੰਦਾ। 4 ਸਾਲ ਬਾਅਦ ਨਹੀਂ ਕਰਦਾ, 4.5 ਸਾਲ ਬਾਅਦ ਨਹੀਂ ਕਰਦਾ। ਪਰ ਫਿਰ ਵੀ ਦੇਰ ਆਏ ਦਰੁਸਤ ਆਏ। ਜੇਕਰ ਕੋਈ ਕਰਨਾ ਚਾਹ ਰਿਹਾ, ਲੇਟ ਵੀ ਕਰਨਾ ਚਾਹ ਰਿਹਾ, ਉਹਨੂੰ ਬੇਨਤੀ ਆ ਉਹ ਨਤੀਜੇ ਜ਼ਰੂਰ ਵਿਖਾਵੇ। ਬਿਲਕੁਲ, ਉਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੇ। ਜਿਹੜੇ ਮਗਰਮੱਛ ਇਹ ਖਾ ਗਏ ਸਾਰਾ ਸਰਮਾਇਆ, ਲੋਕ ਸਮੁੰਦਰ ਡਿੱਗ ਗਏ, ਸਮੁੰਦਰਾਂ ਦੇ ਅੰਦਰ ਸਾਰਾ ਕੁਝ ਸੀ ਨਾ, ਦਰਿਆਵਾਂ ਦੇ ਅੰਦਰ ਡਿੱਗ ਗਏ। ਹੁਣ ਉਹਨਾਂ ਨੂੰ ਨੰਗੇ ਕਰ ਦਿਓ, ਹੁਣ ਉਹਨਾਂ ਨੂੰ ਪਾਣੀਓਂ ਬਾਹਰ ਲਿਆਓ, ਤੇ ਫਿਰ ਦੇਖਦੇ ਆ ਕੀ ਹੁੰਦਾ। ਬਹੁਤ ਮਿਹਰਬਾਨੀ।